ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਦੂਜੈ ਭਾਏ ਬਿਲਾਵਲ ਨਾ ਹੋਵਈ, ਮਨ ਮੁਖ ਥਾਏ ਨਾ ਪਾਏ। ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਦੂਜੈ ਪਾਏ ਬਿਲਾਵਲ ਨਾ ਹੋਵਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਿਲਾਵਲ ਦੀ ਵਾਰ ਵਿੱਚ ਪਵਿੱਤਰ ਪਾਵਨ ਇਹ ਦੂਜਾ ਸ਼ਲੋਕ ਉਚਾਰਨ ਕਰ ਰਹੇ ਹਨ। ਦੂਜੈ ਪਾਏ ਬਿਲਾਵਲ ਨਾ ਹੋਵਈ। ਇਹ ਭਾਈ ਦਵੈਤ ਭਾਅ ਦੇ ਵਿੱਚ ਲੱਗਣ ਕਰਕੇ ਬਿਲਾਵਲ ਰਾਗ ਗਾਇਆ ਹੋਇਆ ਸਫਲਾ ਨਹੀਂ ਹੁੰਦਾ ਹੈ। ਮਨ ਮੁਖ ਥਾਏ ਨਾ ਪਾਏ। ਮਨਮੁਖਤਾਈ ਵਾਲੇ ਕੀਤੇ ਕਰਮ ਥਾਂ ਸਿਰ ਨਹੀਂ ਪੈਂਦੇ। ਇਸੇ ਪ੍ਰਕਾਰ ਦੂਜੈ ਪਾਏ ਬਿਲਾਵਲ ਨਾ ਹੋਵਈ। ਦਵੈਤ ਭਾਵ ਕਰਕੇ ਬਿਲਾਵਲ ਕਹਿੰਦੇ ਆਨੰਦ ਨੂੰ ਆਨੰਦ ਪ੍ਰਾਪਤ ਨਹੀਂ ਹੁੰਦਾ ਹੈ। ਮਨ ਮੁਖ ਥਾਏ ਨਾ ਪਾਏ। ਮਨਮੁਖ ਪੁਰਖ ਤੁਰਿਆ ਪਦ ਜਾਂ ਸੱਚਖੰਡ ਰੂਪ ਥਾਂ ਦੇ ਵਿੱਚ ਟਿਕਣਾ ਨਹੀਂ ਪਾਉਂਦਾ। ਮਨਮੁਖ ਦੇ ਅੰਤःਕਰਨ ਵਿੱਚ ਇਕਾਗਰਤਾ ਰੂਪ ਥਾਂ ਪ੍ਰਾਪਤ ਨਹੀਂ ਹੁੰਦਾ, ਸਗੋਂ ਜੂਨਾਂ ਵਿੱਚ ਹੀ ਭਰਮਦਾ ਰਹਿੰਦਾ ਹੈ। ਜੋ ਇੱਕ ਪਰਮੇਸ਼ਰ ਨੂੰ ਛੱਡ ਕੇ ਸੋ ਦੂਜੇ ਦੇਵੀ ਦੇਵਤਿਆਂ ਵਿੱਚ ਲੱਗੇ ਹੋਏ ਹਨ। ਪਾਖੰਡ ਭਗਤ ਨਾ ਹੋਵਈ। ਦੰਭ ਪਖੰਡ ਕਰਨ ਨਾਲ ਪ੍ਰਭੂ ਪ੍ਰਾਪਤੀ ਵਾਲੀ ਪ੍ਰੇਮਾ ਭਗਤੀ ਨਹੀਂ ਹੁੰਦੀ। ਪਾਰ ਬ੍ਰਹਮ ਨਾ ਪਾਇਆ ਜਾਏ। ਅਤੇ ਪ੍ਰੇਮਾ ਭਗਤੀ ਤੋਂ ਬਗੈਰ ਪਾਪਾ ਪੁੰਨਾਂ ਤੋਂ ਪਰੇ ਵਿਆਪਕ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਮਨ ਹਠ ਕਰਮ ਕਮਾਵਣੇ। ਆਪ ਦੇ ਮਨ ਦੀ ਚਿੱਤ ਦੀ ਸਿੱਧ ਨਾਲ ਜੋ ਕਰਮ ਕਮਾਉਣੇ ਹਨ, ਇਸ ਦੇ ਕਰਕੇ ਥਾਏ ਨਾ ਕੋਈ ਪਾਏ। ਕੋਈ ਵੀ ਪੁਰਖ ਪਰਲੋਕ ਰੂਪੀ ਥਾਂ ਦੇ ਅੰਦਰ ਪ੍ਰਵਾਨਗੀ ਨਹੀਂ ਪਾਉਂਦਾ, ਪ੍ਰਮਾਣ ਨਹੀਂ ਪੈਂਦਾ। ਜਾਂ ਕੋਈ ਵੀ ਸਰੂਪ ਰੂਪੀ ਥਾਂ ਨੂੰ ਨਹੀਂ ਪਾ ਸਕੇਗਾ। ਨਾਨਕ ਗੁਰ
ਪਖ ਆਪ ਵਿਚਾਰੀਐ। ਆਪਾਂ ਦੂਜਿਆਂ 'ਚ ਨੁਕਸ ਕੱਢਦੇ ਹਾਂ, ਦੂਸਰਿਆਂ ਵੱਲ ਵੇਖਦੇ ਹਾਂ ਕੋਈ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ, ਪਰ ਸਤਿਗੁਰੂ ਜੀ ਕਹਿੰਦੇ ਗੁਰਮੁਖ ਉਹ ਹੈ ਜਿਹੜਾ ਆਪੇ ਦੀ ਵਿਚਾਰ ਕਰੇ ਕਿ ਆਪਾਂ ਕੀ ਕਰ ਰਹੇ ਹਾਂ। ਸੋ ਗੁਰਮੁਖ ਜਨਾਂ ਦੀ ਸੰਗਤ ਕਰਕੇ ਜਾਂ ਗੁਰਮੁਖ, ਗੁਰਮੁਖ ਦਾ ਅਰਥ ਹੈ ਮੁਖੀ ਗੁਰੂ, ਇਹਨਾਂ ਦੇ ਦੁਆਰਾ ਆਪਣੇ ਸਰੂਪ ਦੀ ਵਿਚਾਰ ਕਰੀਦੀ ਹੈ। ਆਪਣੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ, ਵਿਚਾਹੁ ਆਪ ਗਵਾਏ। ਇਹ ਤਾਂ ਹੀ ਹੋ ਸਕਦਾ ਹੈ ਜਦ ਹਿਰਦੇ ਦੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾ ਦਈਏ। ਜਿੰਨਾ ਚਿਰ ਹੰਕਾਰ ਹੈ ਮੈਂ ਮੇਰੀ ਵਿੱਚ ਹਾਂ, ਉਹਨਾਂ ਚਿਰ ਆਪਾਂ ਦੂਜਿਆਂ ਵਿੱਚ ਗਲਤੀਆਂ ਕੱਢਣ, ਨੁਕਸ ਕੱਢਣ, ਔਗਣ ਵੇਖਣ ਵਿੱਚ ਲੱਗੇ ਰਹਾਂਗੇ। ਜਦ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਗੁਰਾਂ ਦਾ ਗੁਰ ਮੰਤਰ ਲੈ ਕੇ ਵਾਹਿਗੁਰੂ ਨਾਮ ਦਾ ਜਾਪ ਜਪਿਆ ਜਾਂ ਗੁਰਬਾਣੀ ਪੜ੍ਹੀ ਸੁਣੀ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ। ਹਰ ਜੀਉ ਅਹੰਕਾਰ ਨ ਪਾਵਈ, ਵੇਦ ਕੂਕ ਸੰਗਨਾਵੈ। ਇੰਜ ਮਹਾਰਾਜ ਨੇ ਹੰਕਾਰ ਦੀ ਨਿਵਰਤੀ ਕਰ ਦਿੱਤੀ ਉਪਦੇਸ਼ ਦੇ ਕੇ। ਆਪਾ ਭਾਵ ਹੰਕਾਰ ਜਦ ਅੰਦਰੋਂ ਚਲਿਆ ਗਿਆ ਤਾਂ ਫਿਰ ਜੀਵ ਈਸ਼ਰ ਦਾ ਰੂਪ ਹੀ ਹੋ ਜਾਂਦਾ ਹੈ, ਆਪਣੇ ਸਰੂਪ ਦੀ ਵਿਚਾਰ ਦੇ ਵਿੱਚ ਜੁੜਦਾ ਹੈ। ਆਪੇ ਆਪ ਪਾਰ ਬ੍ਰਹਮ ਹੈ। ਇਹ ਭਾਈ ਪੁੰਨਾਂ ਦੇ ਪਾਪਾਂ ਤੋਂ ਪਰੇ ਜੋ ਪਰਮੇਸ਼ਰ ਜਿਸ ਦੇ ਮਨ ਚਿੱਤ ਵਿੱਚ ਪਾਰ ਬ੍ਰਹਮ ਵਸਿਆ ਮਨ ਆਏ। ਮਨ ਦੇ ਵਿੱਚ ਚਿੱਤ ਦੇ ਵਿੱਚ ਆ ਕੇ ਵਸ ਜਾਂਦਾ, ਉਹਨੂੰ ਸਾਰੀਆਂ ਵਿੱਚ ਆਪਣਾ ਰੂਪ ਪਰਮਾਤਮਾ ਹੀ ਦਰਸਾਉਂਦਾ ਹੈ। ਐਸੇ ਪ੍ਰਕਾਰ ਆਪੇ ਆਪ ਪਾਰ ਬ੍ਰਹਮ ਹੈ। ਜੋ ਪਰਮੇਸ਼ਰ ਆਪਣਾ ਆਪ ਰੂਪ ਹੋਣ ਕਰਕੇ ਸੁਤੰਤਰ ਹੈ, ਉਹ ਪਰਮੇਸ਼ਰ ਗੁਰਮੁਖ ਜਨਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ ਅਤੇ ਪਾਰ ਬ੍ਰਹਮ ਵਸਿਆ ਮਨ ਆਏ। ਜਿਸ ਵਕਤ ਮਨ ਦੇ ਵਿੱਚ ਆ ਕੇ ਪਾਰ ਬ੍ਰਹਮ ਵਸਿਆ, ਜੰਮਣ ਮਰਨ ਕੱਟਿਆ। ਆਪਾਂ ਉੱਪਰੋਂ ਬਾਣੀ ਪੜ੍ਹਦੇ ਹਾਂ, ਉੱਪਰੋਂ ਹੀ ਵਾਹਿਗੁਰੂ ਕਹਿੰਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਾਮ ਰਾਮ ਸਭ ਕੋ ਕਹੈ ਲੋਕਾਚਾਰੀ, ਜਾਂ ਆਪਦੇ ਗੁਜ਼ਾਰੇ ਖਾਤਰ ਜਾਂ ਕਿਸੇ ਦੀ ਵਾਹ ਖੱਟਣ ਵਾਸਤੇ ਕਿ ਕੋਈ ਸਾਨੂੰ ਚੰਗਾ ਆਖੇ, ਇੰਜ ਕਈ ਭਾਵਨਾਵਾਂ ਹੁੰਦੀਆਂ ਹੈ। ਇਸ ਤਰੀਕੇ ਦੇ ਨਾਲ ਮੰਨੀ ਰਾਮ, ਰੋਟੀ ਰਾਮ, ਪ੍ਰਸ਼ਾਦਾ ਵਾਹਿਗੁਰੂ, ਦੁੱਧ ਵਾਹਿਗੁਰੂ, ਇੰਜ ਤਾਂ ਸਾਰੇ ਹੀ ਵਾਹਿਗੁਰੂ ਕਹਿੰਦੇ ਨੇ। ਪਰ ਅਸਲੀ ਆਨੰਦ ਤਾਂ ਉਦੋਂ ਹੈ, ਜੰਮਣ ਮਨ ਦਾ ਗੇੜਾ ਤਾਂ ਹੀ ਕੱਟਿਆ ਜਾਂਦਾ ਜੇਕਰ ਸ਼ਰਧਾ ਭਾਵਨਾ ਪ੍ਰੇਮ ਸੰਯੁਕਤ ਹੋ ਕੇ ਵਾਹਿਗੁਰੂ ਜੀ ਦਾ ਨਾਮ ਕਿਹਾ ਜਾਏ, ਬੋਲਿਆ ਜਾਏ, ਜਪਿਆ ਜਾਏ, ਫਿਰ ਹੀ ਜੰਮਣ ਦੇ ਮਰਨ ਕੱਟਿਆ ਜਾਂਦਾ ਹੈ। ਉਂਝ ਫਲ ਜ਼ਰੂਰ ਮਿਲਦਾ, ਜਿਹਦੇ ਨਾਲ ਵਾਹਿਗੁਰੂ ਨੂੰ ਯਾਦ ਕਰਦੇ ਆ ਉਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਪਰ ਮੁਕਤੀ ਤਾਂ ਹੀ ਮਿਲਦੀ ਹੈ ਜੇ ਦਿਲੋਂ ਪਿਆਰ ਨਾਲ ਰੱਖਿਆ ਜਾਏ। ਮਹਾਰਾਜ ਫਰਮਾਉਂਦੇ ਨੇ ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ। ਰਾਮ ਰਾਮ ਕਹਿਣ ਮੁਤਾਬਕ ਤਾਂ ਸਭ ਕੋਈ ਕਹਿੰਦਾ ਹੈ, ਪਰ ਨਿਰਾ ਕਹਿਣ ਦੇ ਨਾਲ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਜਿਹੜੀ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਉਹ ਵੀ ਤੂੰ ਕਰਦੀ ਹੈ। ਅਕਾਲ ਉਸਤਤ ਵਿੱਚ ਵੀ ਸਾਹਿਬਾਂ ਦਾ ਬਚਨ ਹੈ। ਮਹਾਰਾਜ ਕਹਿੰਦੇ ਜਾਪ ਕੇ ਕੀਏ ਤੇ ਜੋ ਪੈ ਪਾਈਏ ਅਜਾਪ ਦੇਵ। ਨਿਰਾ ਜਾਪ ਜਪਣ ਦੇ ਨਾਲ ਹੀ ਜੇਕਰ ਅਜਾਪ ਦੇਵ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਕੋਇਲ ਦੀ ਆਕਾਰ ਦਾ ਇੱਕ ਪੂਦਨਾ ਨਾਮੇ ਜਾਨਵਰ ਉਹ ਹਮੇਸ਼ਾ ਤੂੰ ਹੀ ਉਚਾਰਦਾ ਹੈ। ਰੱਬ ਦਾ ਨਾਮ ਤਾਂ ਉਹ ਜਪਦਾ ਹੈ ਤੂੰ ਹੀ, ਪਰ ਉਹਦਾ ਧਿਆਨ ਅੰਬ ਦੇ ਵਿੱਚ,
ਰੱਬ ਵਿੱਚ ਨਹੀਂ ਹੈ। ਅੰਬ ਨੂੰ ਸੋ ਮਿਲ ਜਾਂਦਾ ਹੈ, ਪਰ ਪਰਮਾਤਮਾ ਦੀ ਪ੍ਰਾਪਤੀ ਥੋੜ੍ਹੋ ਨੂੰ ਹੋ ਜਾਂਦੀ ਹੈ। ਤੋ ਇੰਜ ਗੱਲ ਤਾਂ ਧਿਆਨ ਦੀ ਹੈ। ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਕੋ ਬਤਾਨ ਕੋ ਪੂਜਤ ਹੈ ਪਾਸ। ਪੂਜਾ ਬੁੱਤਾਂ ਦੀ ਕਰ ਰਹੇ ਹਾਂ, ਮੱਥਾ ਫੋਟੋ ਨੂੰ ਟੇਕ ਰਹੇ ਹਾਂ, ਮੁਖੋਂ ਕਹਿ ਰਹੇ ਹਾਂ ਵਾਹਿਗੁਰੂ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਦੇ ਪ੍ਰਭਿੰਨ, ਤਿਸੈ ਬੁਝਾਏ ਨਾਨਕਾ ਜੇ ਸੋਵੈ ਸੋ ਪ੍ਰਸੰਨ। ਸੋ ਮੱਥਾ ਕਬਰ ਨੂੰ ਆਪਾਂ ਟੇਕ ਰਹੇ ਹਾਂ, ਮੜੀ ਦੀ ਪੂਜਾ ਕਰ ਰਹੇ ਹਾਂ ਤੇ ਮੁਖੋਂ ਕਹਿ ਰਹੇ ਹਾਂ ਵਾਹਿਗੁਰੂ। ਕਈ ਤਾਂ ਸੁਖਮਨੀ ਸਾਹਿਬ ਦਾ ਪਾਠ ਵੀ ਉੱਥੇ ਕਰਨ ਲੱਗ ਪਏ, ਮਹਾਰਾਜ ਦਾ ਸਰੂਪ ਵੀ ਲੈ ਜਾਂਦੇ। ਤੋ ਗੁਰੂ ਸਾਹਿਬ ਦਾ ਇੰਜ ਸਤਿਕਾਰ ਨਹੀਂ ਹੈ। ਜੇ ਵਾਹਿਗੁਰੂ ਦੇ ਨਾਮ ਜਪਣ ਨਾਲ ਧਿਆਨ ਵਾਹਿਗੁਰੂ ਦਾ ਨਹੀਂ, ਤਾਂ ਧਿਆਨ ਦਾ ਸਾਡਾ ਦੂਸਰੇ ਪਾਸੇ ਹੈ, ਦਵੈਤ ਵਿੱਚ ਹੈ। ਸ਼ਬਦ ਦੀ ਆਰੰਭਤਾ ਹੀ ਦਵੈਤ ਤੋਂ ਹੋਈ ਹੈ, ਦੂਜੇ ਪਾਏ ਬਿਲਾਵਲ ਨਾ ਹੋਵਈ। ਜੇ ਆਨੰਦ ਚਾਹੁੰਦੇ ਆ ਸੱਚਮੁੱਚ, ਤਾਂ ਦਵੈਤ ਵਿੱਚ ਲੱਗਣ ਨਾਲ ਆਨੰਦ ਨਹੀਂ ਹੁੰਦਾ। ਜਿਹਦਾ ਨਾਮ ਜਪਦੇ ਆ, ਧਿਆਨ ਵੀ ਉਹਦੇ ਵਿੱਚ ਲੱਗਣਾ ਚਾਹੀਦਾ ਹੈ। ਕੋ ਬਤਾਨ ਕੋ ਪੂਜਤ ਹੈ ਪਾਸ, ਉਹ ਮਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਚ ਕਹੋ ਸੁਨ ਲੇਹੋ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੋ ਦਿਲੋਂ ਪ੍ਰੇਮ ਨਾਲ, ਸੋ ਧਿਆਨ ਦੇ ਵਿੱਚ ਮਹਾਰਾਜ ਦਾ ਸਰੂਪ ਰੱਖਣਾ, ਵਾਹਿਗੁਰੂ ਦੇ ਚਰਨਾਂ 'ਚ ਧਿਆਨ ਜੋੜਨਾ, ਇਹਦੇ ਨਾਲ ਹੀ ਪ੍ਰਾਪਤੀ ਹੁੰਦੀ ਹੈ। ਉਂਝ ਨਿਰਾ ਜਾਪ ਦੇ ਨਾਲ ਜਾਂ ਤੂੰ ਹੀ ਕਰਨ ਦੇ ਨਾਲ ਮਰਜ ਮਨ 'ਚ ਨਹੀਂ ਵਸਦਾ। ਰਾਮ ਰਾਮ ਸਭ ਕੋ ਕਹੈ, ਕਹੇ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੇ ਕੋਏ। ਜੇ ਗੁਰੂ ਦੀ ਹੋ ਜਾਏ ਕਿਰਪਾ, ਤਾਂ ਹੀ ਚਿੱਤ ਦੀ ਬਿਰਤੀ ਰਾਮ ਦੇ ਵਿੱਚ ਜੁੜਦੀ ਹੈ, ਤਾਂ ਫਿਰ ਉਹ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਜੇ ਮਨ ਵਿੱਚ ਵਸ ਗਿਆ, ਜੋਤੀ ਜੋਤ ਮਿਲਾਏ, ਜੰਮਣ ਮਰਨ ਕੱਟਿਆ। ਜਿਸ ਵਕਤ ਪਾਰ ਬ੍ਰਹਮ ਮਨ ਵਿੱਚ ਆ ਕੇ ਵਸ ਗਿਆ, ਤਾਂ ਗੁਰਮੁਖ ਜਨਾਂ ਦਾ ਜੰਮਣਾ ਤੇ ਮਰਨਾ ਕੱਟਿਆ ਜਾਂਦਾ, ਨਿਵਰਤ ਹੋ ਜਾਂਦਾ ਹੈ। ਜੋਤੀ ਜੋਤ ਮਿਲਾਏ, ਔਰ ਉਹਦੀ ਪ੍ਰਤੱਖ ਜੋਤ, ਜੋਤੀ ਪ੍ਰਕਾਸ਼ ਰੂਪ ਵਾਹਿਗੁਰੂ ਆਪਣੇ ਵਿੱਚ ਮਿਲਾ ਲੈਂਦਾ ਹੈ। ਜੋਤ ਮਿਲੀ ਸੰਗ ਜੋਤ, ਰਹਿਆ ਕਾਲ ਦਾ। ਮਹੱਲਾ ਤੀਜਾ। ਇਸ ਲਈ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫੁਰਮਾਨ ਕਰਦੇ ਹਨ, ਬਿਲਾਵਲ ਕਰਹੁ ਤੁਮ ਪਿਆਰੇ ਹੋ। ਇਹ ਮੇਰੇ ਪਿਆਰੇ ਗੁਰਸਿੱਖੋ, ਤੁਸੀਂ ਆਨੰਦ ਪ੍ਰਾਪਤ ਕਰੋ। ਗੁਰਦੁਆਰੇ ਆਏ ਹੋ ਤੇ ਆਨੰਦ ਤਾਂ ਲੈ ਕੇ ਜਾਓ। ਜੇ ਇਸ ਘਰ ਵਿੱਚੋਂ ਆਨੰਦ ਨਹੀਂ ਲਿਆ, ਫਿਰ ਕਿੱਥੋਂ ਲੱਭੋਗੇ? ਬਾਕੀ ਤਾਂ ਜਿੱਥੇ ਮਰਜ਼ੀ ਤੁਰੇ ਫਿਰੀਏ, ਨਿੰਦਿਆ ਚੁਗਲੀ ਈਰਖਾ ਦੁਐਸ਼, ਤੋ ਇਸੇ ਤਰ੍ਹਾਂ ਮਾਇਆ ਦੀਆਂ ਬਾਤਾਂ, ਦੁਨਿਆਵੀ ਗੱਲਾਂ, ਰਿਸ਼ਤੇਦਾਰੀ, ਮਿੱਤਰਾਂ ਦੋਸਤਾਂ ਦੇ ਵਿੱਚ ਦੁੱਖ ਸੁੱਖ ਕਈ ਕੁਛ ਚੱਲਦਾ ਹੈ। ਗੁਰੂ ਘਰ ਆ ਕੇ ਤਾਂ ਚਿੱਤ ਇਕਾਗਰ ਕਰੋ। ਗੁਰਮੁਖੋ ਪਿਆਰੇ ਗੁਰਸਿੱਖੋ, ਇੱਥੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਸਾਡੇ ਲੋਕ ਕੀ ਕਰਦੇ ਨੇ? ਧੱਕੇ ਧੁੱਕੇ ਮਾਰ ਕੇ ਪਹਿਲਾਂ ਅੰਦਰ ਜਾਂਦੇ ਨੇ। ਹੁਣ ਤਾਂ ਮਹਾਰਾਜ ਦੀ ਕਿਰਪਾ, ਵੈਸੇ ਵਧੀਆ ਸਿਸਟਮ ਹੋ ਗਿਆ। ਰੋਕ ਰੋਕ ਕੇ ਦਰਸ਼ਨ ਡਿਊਟੀ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਮੁਸ਼ਕਲ ਪੈਂਦੀ ਪਹਿਲਾਂ, ਤੇ ਹੁਣ ਉੱਥੇ ਵੀ ਰੋਕਣ ਲੱਗ ਪਏ। ਤੇ ਬੜੀ ਮੁਸ਼ਕਲ ਦੇ ਨਾਲ ਕਈ ਵਾਰੀ ਭੱਜੋ ਭਜਾਈਏ ਦੇ ਵਿੱਚ ਸੇਵਾਦਾਰਾਂ ਤਰਲੇ ਮਾਰ ਕੇ ਰੌਂਗ ਸਾਈਡ ਜਾਈਦਾ। ਅੰਦਰ ਜਾ ਕੇ ਕਈ ਵਾਰ ਸੇਵਾਦਾਰਾਂ 'ਤੇ ਗੁੱਸੇ ਹੋ ਗਏ ਵੀ ਬਹਿਣ ਨਹੀਂ ਦਿੰਦੇ।
ਤੋ ਇੱਕ ਦੂਜੇ ਨੂੰ ਤੰਗ ਕਰਕੇ ਅੰਦਰ ਬੈਠੀਦਾ। ਤੋ ਇਸ ਵਾਸਤੇ ਬੜੀ ਮੁਸ਼ਕਲ ਪੈਂਦੀ ਹੈ, ਅੰਦਰ ਜਾ ਕੇ ਵੀ ਮਨ ਟਿਕਾਉਣਾ ਔਖਾ ਬਣ ਜਾਂਦਾ। ਮੈਂ ਵੇਖਿਆ ਛੋਟੇ ਛੋਟੇ ਬੱਚੇ ਬਹੁਤ ਚੰਗੇ ਲੱਗਦੇ। ਗੁਰਦੁਆਰਾ ਸ੍ਰੀ ਵਡਾਲੀ ਸਾਹਿਬ ਜਿੱਥੇ 6ਵੇਂ ਪਾਤਸ਼ਾਹ ਦਾ ਅਵਤਾਰ ਹੋਇਆ, ਹਰਭਜਨ ਸਿੰਘ ਜੋਗੀ ਨੇ ਉੱਥੇ ਇੱਕ ਅਕੈਡਮੀ ਖੋਲ੍ਹੀ ਹੈ। ਅਮਰੀਕਾ ਦੇ ਬੱਚੇ ਉੱਥੇ ਪੜ੍ਹਨ ਵਾਸਤੇ ਲਿਆਉਂਦੇ ਨੇ। ਉਹ ਸਵੇਰੇ ਸਵੇਰੇ 2 ਵਜੇ ਹੀ ਆ ਜਾਂਦੇ ਤੇ ਕੋਈ ਭੱਜੋ ਭਜਾਈਆ ਨਹੀਂ, ਕੋਈ ਭੀੜ ਭੜੱਕੇ 'ਚ ਕਿਸੇ ਕਿਸਮ ਨਾਲ ਕੋਈ ਜ਼ਬਰਦਸਤੀ ਨਹੀਂ। ਤੇ ਤੂੰ ਉੱਠ ਤੇ ਮੈਂ ਬੈਠਾ। ਅਗਲਾ ਕਹਿੰਦਾ ਮੈਂ ਰੋਜ਼ ਆਉਂਦਾ ਹਾਂ, ਇਹ ਮੇਰੀ ਜਗ੍ਹਾ, ਤੂੰ ਕਿਵੇਂ ਬਹਿ ਗਿਆ। ਤੋ ਇੰਜ ਦੀਆਂ ਕੋਈ ਬਾਤਾਂ ਨਹੀਂ। ਜਿੱਥੇ ਜਗ੍ਹਾ ਮਿਲੀ ਸਰੋਵਰ ਦੇ ਕਿਨਾਰੇ ਤੇ ਖੁੱਲੀ ਜਗ੍ਹਾ, ਕੰਢੇ ਤੇ ਚੌਂਕੜਾ ਮਾਰ ਕੇ ਅੱਖਾਂ ਉਹਨਾਂ ਦੀਆਂ ਬੰਦ ਹੁੰਦੀਆਂ, ਕੋਈ ਆਵਾਜਾਈ ਦਾ ਖਿਆਲ ਨਹੀਂ, ਕੌਣ ਆਇਆ ਕੌਣ ਗਿਆ। ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦੇ ਦਿਨ ਚੜ੍ਹੇ ਤੱਕ। ਰਾਤ ਹੀ ਗੱਡੀ ਆਉਂਦੀ ਤੇ ਸਵੇਰ ਹੁੰਦਿਆਂ ਹੀ ਉਹ ਬੱਚਿਆਂ ਨੂੰ ਲੈ ਜਾਂਦੇ, ਦਿਨੇ ਆਪਦੀ ਪੜ੍ਹਾਈ ਕਰੋ। ਤੋ ਇੰਜ ਮਹਾਰਾਜ ਕਹਿੰਦੇ ਤੁਸੀਂ ਆਏ ਹੋ ਹੇ ਪਿਆਰੇ ਗੁਰਸਿੱਖੋ ਤਾਂ ਆਨੰਦ ਦੀ ਪ੍ਰਾਪਤੀ ਕਰੋ। ਆਪਦੇ ਚਿੱਤ ਦੀ ਬਿਰਤੀ ਨੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋੜਨ ਦਾ ਯਤਨ ਕਰੋ। ਜੁੜਦੀ ਤਾਂ ਰੱਬ ਦੀ ਕਿਰਪਾ ਨਾਲ ਹੀ ਹੈ, ਪਰ ਜੇ ਜੁੜ ਜਾਏ ਫੇਰ ਚੜ੍ਹਦੀ ਕਲਾ ਹੈ, ਨਹੀਂ ਤਾਂ ਸਾਚੀ ਲਿਵੈ ਬਿਨ ਦੇਹ ਨਿਮਾਣੀ। ਇਹ ਦੇਹ ਜਿਹੜੀ ਹੈ ਮਾਣ ਤੋਂ ਰਹਿਤ ਹੈ, ਨਿਮਾਣੀ ਹੈ। ਸੱਚੇ ਪ੍ਰਮਾਤਮਾ ਦੀ ਲਿਵ ਤੋਂ ਬਿਨਾ ਦੇਹ ਨਿਮਾਣੀ ਲਿਵੈ ਬਾਝੋ। ਕਿਆ ਕਰੇ ਵਿਚਾਰੀਆ, ਇਹ ਵਿਚਾਰੀ ਕੀ ਕਰ ਸਕਦੀ ਹੈ। ਇਸ ਲਈ ਹੇ ਪਿਆਰੇ ਗੁਰਸਿੱਖੋ ਤੁਸੀਂ ਆਨੰਦ ਦੀ ਪ੍ਰਾਪਤੀ ਕਰੋ। ਏਕ ਸਾਸਿਓ ਲਿਵ ਲਾਏ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਇੱਕ ਵਾਹਿਗੁਰੂ ਨਾਮ ਦੇ ਵਿੱਚ ਪਰਮਾਤਮਾ ਦੇ ਚਰਨਾਂ 'ਚ ਆਪਦੇ ਚਿੱਤ ਦੀ ਬਿਰਤੀ ਲਾ ਕੇ ਬਿਲਾਵਲ ਰਾਗ ਗਾਉਣਾ ਕਰੋ ਤਾਂ ਆਨੰਦ ਦੀ ਪ੍ਰਾਪਤੀ ਹੋਵੇਗੀ, ਜਾਂ ਆਨੰਦ ਪ੍ਰਾਪਤ ਕਰਨਾ ਕਰੋ। ਜੰਮਣ ਜਨਮ ਮਰਨ ਦੁਖ ਕੱਟੀਐ। ਫਿਰ ਤੁਹਾਡੇ ਜੰਮਣ ਤੇ ਮਰਨ ਦਾ ਜੋ ਦੁੱਖ ਹੈ ਉਹ ਕੱਟਿਆ ਜਾਵੇਗਾ। ਸੱਚੇ ਰਹਿ ਸਮਾਏ। ਸਤ ਸਰੂਪ ਪਰਮੇਸ਼ਰ ਵਿੱਚ ਅਭੇਦ ਹੋ ਕੇ ਰਹਿਣਾ ਕਰੋਗੇ। ਸਦਾ ਬਿਲਾਵਲ ਆਨੰਦ ਹੈ। ਭਾਈ ਉਹਨਾਂ ਨੂੰ ਹਮੇਸ਼ਾ ਹੀ ਬਿਲਾਵਲ ਦਾ ਗਾਉਣ ਕਰਕੇ ਆਨੰਦ ਸੁਖ ਪ੍ਰਾਪਤ ਹੁੰਦਾ ਹੈ। ਸਾਡਾ ਸੁਭਾਅ ਕੀ ਹੈ ਕਿ ਆਪਾਂ ਪ੍ਰਚਾਰ ਤੋਂ ਕਥਾ ਤੋਂ ਬਾਅਦ ਪੁੱਛਦੇ ਹਾਂ ਵੀ ਵਧੀਆ ਹੋਈ, ਮਤਲਬ ਕੋਈ ਸਾਨੂੰ ਚੰਗਾ ਆਖੇ ਤੇ ਬੱਲੇ ਬੱਲੇ ਹੋਵੇ। ਤੋ ਕੀਰਤਨ ਕਰਕੇ ਪੁੱਛੀਦਾ ਵੀ ਵਧੀਆ ਕੀਤਾ, ਜਾਂ ਸੁਰਾਂ ਲਾ ਕੇ ਆਲਾਪ ਕਰਕੇ ਫਿਰ ਸੰਗਤ ਵੱਲ ਵੇਖੀਦਾ ਵੀ ਕੋਈ ਵੇਖ ਵੀ ਰਿਹਾ, ਸਾਨੂੰ ਚੰਗਾ ਕਹੇਗਾ ਕਿ ਨਹੀਂ ਕਹੇਗਾ। ਤੋ ਇੰਜ ਕਲਾਕਾਰੀ ਨਹੀਂ ਮਾਰਨੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ। ਸੋ ਆਪਦੇ ਆਨੰਦ ਦੇ ਨਾਲ, ਪਿਆਰ ਦੇ ਨਾਲ ਗੁਰਮੁਖ ਪਿਆਰੇ। ਸੋ ਭਾਈ ਦਵਿੰਦਰ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀ। ਨਵੇਂ ਸਾਲ ਵਾਲੀ ਰਾਤ 12 ਵਜੇ ਨਵਾਂ ਸਾਲ ਉਹਨਾਂ ਚੜਾਇਆ। ਮੈਂ ਸਾਹਮਣੇ ਬਹਿ ਕੇ ਉਹਨਾਂ ਦੇ ਮੂੰਹ ਲਈ ਵੇਂਦਾ ਰਿਹਾ। ਉਹਨਾਂ ਦੀ ਅੱਖਾਂ ਖੁੱਲੀਆਂ ਹੀ ਨਹੀਂ। ਇਹ ਨਹੀਂ ਵੀ ਸੁਸਤੀ ਪਈ ਹੋਈ ਸੀ ਜਾਂ ਨੀਂਦ ਆਉਂਦੀ ਸੀਗੀ। ਆਵਾਜ਼ ਪੂਰੀ ਤੜਦੀ, ਪਰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਐਨ ਉੱਚੀ ਆਵਾਜ਼, ਸੁਰ ਨਾਲ ਸੁਰ ਮਿਲਾ ਕੇ ਇੱਕ ਰਸ ਪੂਰੇ ਆਨੰਦ ਵਿੱਚ, ਆਪਦੇ ਮਤੇ ਵਿੱਚ, ਆਪਣੇ ਆਪ 'ਚ ਆਨੰਦ ਲੈ ਕੇ ਤੇ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਤੇ ਸੰਗਤਾਂ ਨੇ ਵੀ ਆਨੰਦ ਨੂੰ ਮਾਣਿਆ। ਤੋ ਇੰਜ ਬੜੇ ਪਿਆਰ ਸਤਿਕਾਰ ਦੇ ਨਾਲ। ਸਾਡਾ ਮਨ ਦਾ ਸੁਭਾਅ ਕਲਾਕਾਰੀ ਵਾਲਾ ਨਹੀਂ ਹੋਣਾ ਚਾਹੀਦਾ। ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਾਂ ਮੈਡੀਟੇਸ਼ਨ, ਪ੍ਰੇਮਾ ਭਗਤੀ ਹੈ। ਗੁਰਬਾਣੀ ਭਾਵੇਂ ਹਰੇਕ ਪੱਖ ਤੋਂ ਸੰਪੂਰਨ ਹੈ, ਕਿਸੇ ਪੱਖ ਤੋਂ ਵੀ ਅਧੂਰੀ ਨਹੀਂ। ਅਲੰਕਾਰ ਵੀ ਹੈ, ਦ੍ਰਿਸ਼ਟਾਂਤ ਪ੍ਰਮਾਣ ਵੀ ਹਨ, ਕਵਿਤਾ ਵੀ ਬੜੀ ਸੁੰਦਰ ਕਮਾਲ ਦੀ ਹੈ, ਛੰਦਾਬੰਦੀ ਹੈ, ਔਰ ਮਾਤਰਾ ਵੀ ਪੂਰੀਆਂ ਨੇ।
ਪਰ ਗੁਰੂ ਮਹਾਰਾਜ ਨੇ ਪਿਆਰ ਦੇ ਵਿੱਚ ਉਚਾਰੀ ਹੈ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਹਮਣੇ ਆਇਆ, ਤੇਰੀ ਮੁੰਦ ਕਟਾਰੇ ਜੀਵੜਾ ਤੈਨੂੰ ਲੋਭੀ ਲੋਭ ਲੁਭਾਇਆ। ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਸਾਹਿਬ ਦਾ ਪਿਆਰ ਇੰਨਾ ਝਲਕਦਾ ਹੈ ਕਿ ਮਹਾਰਾਜ ਇੱਕੋ ਹੀ ਸਾਏ ਸਾਰੇ ਸ਼ਬਦ ਨੂੰ ਗਾ ਗਏ, ਸਾਹ ਵੀ ਨਹੀਂ ਲਿਆ। ਮਤਲਬ ਰਹਾਓ ਇਸ ਪਾਵਨ ਸ਼ਬਦ ਵਿੱਚ ਉਚਾਰਿਆ ਹੀ ਨਹੀਂ। ਇਉਂ ਜੇ ਤੁਸੀਂ ਬਿਲਾਵਲ ਰਾਗ ਗਾ ਰਹੇ ਹੋ ਤਾਂ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਗਾਓ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਨੰਦ ਨੂੰ ਤੁਸੀਂ ਪ੍ਰਾਪਤ ਕਰੋਗੇ। ਜੇ ਚੱਲਾ ਸਤਿਗੁਰ ਪਾਏ, ਜਿਹੜੇ ਪੁਰਖ ਆਪਣੀ ਮਨਮਤ ਛੱਡ ਕੇ ਸੱਚੇ ਗੁਰੂ ਦੇ ਅਨੁਸਾਰ ਹੋ ਕੇ ਚੱਲਦੇ ਨੇ ਉਹਨਾਂ ਨੂੰ ਹਮੇਸ਼ਾ ਹੀ ਬਿਲਾਵਲ ਰਾਗ ਆਦਿ ਗਾਉਣ ਕਰਕੇ ਸੁਖ ਪ੍ਰਾਪਤ ਹੁੰਦਾ, ਆਨੰਦ ਇੱਥੇ ਵੀ ਮਿਲਦਾ ਤੇ ਪਰਲੋਕ ਵਿੱਚ ਵੀ ਪ੍ਰਾਪਤ ਹੁੰਦਾ ਹੈ। ਜਾਂ ਜੋ ਬ੍ਰਹਮ ਸਦਾ ਹੀ ਆਨੰਦ ਸਰੂਪ ਹੈ ਉਹਨਾਂ ਨੂੰ ਉਹਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਆਨੰਦੋ ਆਨੰਦ ਖਾਣਾ ਮੈਂ ਸੋ ਪ੍ਰਭ ਡੀਠਾ ਰਾਮ, ਚਾਖੀੜਾ ਚਾਖੀੜਾ ਮੈਂ ਹਰਸ ਮੀਠਾ ਰਾਮ। ਸਤਾ ਸੰਗਤੀ ਬਹਿ ਪਾਉ ਕਰ, ਜੇ ਤੁਸੀਂ ਸਤ ਸੰਗਤ ਦੇ ਵਿੱਚ ਆ ਕੇ ਬੈਠੇ ਹੋ, ਇਸ਼ਨਾਨ ਵੀ ਬੜੇ ਕਸ਼ਟਾਂ ਨਾਲ ਕੀਤਾ, ਆਪਦੀ ਨੀਂਦ ਵੀ ਛੱਡੀ, ਚੱਲ ਕੇ ਵੀ ਆਏ, ਆ ਕੇ ਬੈਠ ਵੀ ਗਏ ਤੇ ਬਹਿ ਕੇ ਜੇ ਮੋਬਾਈਲ ਤੇ ਉਂਗਲਾਂ ਮਾਰਦੇ ਰਹੇ ਤਾਂ ਮੈਂ ਸਮਝਦਾ ਵੀ ਇੰਨਾ ਜ਼ਿਆਦਾ ਲਾਭ ਨਹੀਂ ਹੋਏਗਾ ਜਿੰਨੀ ਸਾਡੀ ਖੇਚਲ ਹੋਈ ਹੈ। ਜਾਂ ਆ ਕੇ ਕਿਸੇ ਦਾ ਹਾਲ ਹੀ ਪੁੱਛਣ ਲੱਗ ਪਏ। ਭੋਗ ਤੋਂ ਬਾਅਦ, ਸਮਾਪਤੀ ਤੋਂ ਬਾਅਦ ਆਪਾਂ ਇੱਕ ਦੂਜੇ ਨੂੰ ਮਿਲ ਸਕਦੇ ਹਾਂ, ਪਰ ਸੰਗਤ ਦੇ ਵਿੱਚ ਵਿਘਨ ਨਾ ਪਏ, ਕਿਸੇ ਦੀ ਇਕਾਗਰਤਾ ਦੇ ਵਿੱਚ ਫਰਕ ਨਾ ਪਏ। ਗੁਰਦੁਆਰੇ ਦੇ ਅੰਦਰ ਕਿਸੇ ਦਾ ਹਾਲ ਪੁੱਛਣਾ ਵੀ ਮਨਾ ਹੈ। ਤੋ ਇਸ ਵਾਸਤੇ ਆਪ ਦੇ ਧਿਆਨ ਦੇ ਵਿੱਚ ਪ੍ਰੇਮ ਦੇ ਸਹਿਤ ਹੋ ਕੇ ਬੈਠੋ। ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਜੀ ਸੰਗਤ ਵਿੱਚ ਆ ਕੇ ਤੁਸੀਂ ਬੈਠਦੇ ਹੋ, ਸਦਾ ਹਰ ਕੇ ਗੁਣ ਗਾਏ। ਤਾਂ ਜੇ ਤੁਹਾਨੂੰ ਗੁਰਬਾਣੀ ਆਉਂਦੀ ਹੈ ਤਾਂ ਨਾਲ ਨਾਲ ਹੌਲੀ ਹੌਲੀ ਗੁਰਬਾਣੀ ਦਾ ਪਾਠ ਪੜੋ, ਕੀਰਤਨ ਦਾ ਸ਼ਬਦ ਗਾਓ ਤੇ ਚੰਗੀ ਤਰ੍ਹਾਂ ਸਮਝਣਾ ਕਰੋ। ਜੀ ਕਥਾ ਹੋ ਰਹੀ ਹੈ, ਕਥਾ ਦੇ ਨਾਲ ਤਾਂ ਆਪਾਂ ਬੋਲ ਨਹੀਂ ਸਕਦੇ, ਪਰ ਵਾਹਿਗੁਰੂ ਵਾਹਿਗੁਰੂ ਤਾਂ ਕਰ ਸਕਦੇ ਹਾਂ। ਇਹਦੇ ਨਾਲ ਐਕਟੀਵਿਟੀ ਬਣੀ ਰਹਿੰਦੀ ਹੈ, ਸੰਪਰਕ ਜੁੜਿਆ ਰਹਿੰਦਾ ਹੈ। ਜੇ ਚੁੱਪ ਕਰਕੇ ਬੈਠੇ ਰਹੀਏ ਤਾਂ ਮਨ ਕਈ ਵਾਰ ਭੰਗ ਹੋ ਜਾਂਦਾ, ਕਈ ਹੋਈ ਗੱਲ ਸਮਝ ਨਹੀਂ ਆਉਂਦੀ। ਤੋ ਇਸ ਵਾਸਤੇ ਸੰਗਤ 'ਚ ਬੈਠ ਕੇ ਜਾਂ ਤਾਂ ਪ੍ਰੇਮ ਨਾਲ ਹੇਠਾਂ ਜਾਓ ਤੇ ਆਪ ਦਾ ਨਿਤਨੇਮ ਕਰੋ, ਬਾਣੀ ਨੂੰ ਪੜ੍ਹਨਾ ਕਰੋ। ਤੇ ਜੇ ਸੰਗਤ ਵਿੱਚ ਬੈਠੇ ਹੋ ਤੇ ਜੋ ਕਥਾ ਕੀਰਤਨ ਜਾਂ ਬਾਣੀ ਦਾ ਪਾਠ ਪਠਨ ਹੋ ਰਿਹਾ ਉਹਨੂੰ ਸ਼ਰਧਾ ਸੰਯੁਕਤ ਹੋ ਕੇ ਸਰਵਣ ਕਰੋ। ਔਰ ਹਮੇਸ਼ਾ ਹੀ ਪਰਮਾਤਮਾ ਦੇ ਜਸ ਰੂਪ ਗੁਣਾਂ ਨੂੰ ਗਾਉਂਦੇ ਰਹਿਣਾ ਕਰੋ। ਗਾਵੀਏ ਸੁਣੀਏ, ਗਾਵੀਏ ਵੀ ਸੁਣੀਏ ਵੀ, ਮਨ ਰੱਖੀਏ ਭਾਓ, ਮਨ ਵਿੱਚ ਪ੍ਰੇਮ ਰੱਖੀਏ ਕਿ ਅਸੀਂ ਆਪ ਦੀ ਮੁਕਤੀ ਦਾ ਪ੍ਰਬੰਧ ਕਰ ਰਹੇ ਹਾਂ, ਅਸੀਂ ਆਪਣਾ ਆਪ ਸਵਾਰ ਰਹੇ ਹਾਂ। ਫਰੀਦਾ ਆਪ ਸਵਾਰਿਆ ਮੈਂ ਮਿਲਿਆ। ਇੰਡੀਅਨ ਮਨੁੱਖ ਦੀ ਇਹ ਫਿਤਰਤ ਹੈ ਕਿ ਉਹ ਗੁਆਂਢੀਆਂ ਨੂੰ ਸਵਾਰਨ ਵਿੱਚ ਲੱਗਾ ਰਹਿੰਦਾ, ਪਿੰਡ ਨੂੰ ਸਵਾਰਨ ਵਿੱਚ ਲੱਗਾ ਰਹਿੰਦਾ। ਦੇਸ਼ ਤੇ ਕੌਮ ਦੇ ਭਲੇ ਵਾਸਤੇ ਆਖੇ ਜੀ ਕੌਮ ਨੂੰ ਬੜਾ ਖਤਰਾ ਹੈ, ਦੇਸ਼ ਦਾ ਕੀ ਬਣੂਗਾ। ਬੰਦਾ ਪੁੱਛੇ ਵੀ ਤੂੰ ਆਪਣਾ ਤਾਂ ਕੁਛ ਬਣਾ ਲਾ, ਇਹਨਾਂ ਕਾਹਦਾ ਫਿਕਰ ਹੋ ਗਿਆ। ਤੋ ਇਸ ਵਾਸਤੇ ਅਸੀਂ ਆਪਣੇ ਆਪ ਅੰਦਰ ਝਾਤ ਨਹੀਂ ਮਾਰਦੇ, ਆਪਾਂ ਨਹੀਂ ਸਵਾਰਦੇ, ਇਹ ਸਾਡੇ ਵਿੱਚ ਘਾਟ ਹੈ। ਪਾਤਸ਼ਾਹ ਫਰੀਦ ਜੀ ਫਰਮਾਉਂਦੇ ਨੇ ਸਭ ਤੋਂ ਪਹਿਲਾਂ ਆਪਣਾ ਆਪ ਸਵਾਰੀਏ। ਫਰੀਦਾ ਆਪ ਸਵਾਰੈ ਮੈਂ ਮਿਲੈ। ਜੇ ਤੁਸੀਂ ਆਪਣਾ ਆਪ ਸਵਾਰ ਰਹੋਗੇ ਤੇ ਮੈਂ ਮੇਰੀ ਤੋਂ ਪਰੇ ਹੋ ਜਾਓਗੇ ਤੇ ਵਾਹਿਗੁਰੂ ਵਿੱਚ ਮਿਲ ਜਾਓਗੇ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਫਰੀਦ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਕਹਿੰਦਾ ਕਿ ਜੇ ਤੂੰ ਮੇਰਾ ਬਣ ਜਾਏਗਾ, ਆਪਣਾ ਆਪ ਸਵਾਰ ਲਏਗਾ, ਸਾਰਾ ਜਗਤ ਤੇਰਾ ਬਣ ਜਾਏਗਾ, ਤੇਰੇ ਜੀਵਨ ਤੋਂ ਸੇਧ ਪ੍ਰਾਪਤ ਕਰੇਗਾ। ਹੰਸਾਲੀ ਵਾਲੇ ਮਹਾਂਪੁਰਖਾਂ ਨੂੰ ਮੈਂ ਕਦੀ ਵੀ ਸਹੁੰ ਖਾਣ ਜਿੰਨਾ ਵੀ ਬੋਲਦਾ ਨਹੀਂ ਸੁਣਿਆ, ਕਿਉਂ ਕਿਤੇ ਉਹ ਬੋਲਦੇ ਹੋਣ
ਹਮੇਸ਼ਾ ਚੁੱਪ ਰਹਿੰਦੇ ਸਨ। ਸੰਗਤਾਂ ਬਚਨ ਸੁਣਾਉਂਦੀਆਂ ਪਰ ਮੈਂ ਨਹੀਂ ਕਦੀ ਸੁਣਿਆ। ਪਰ ਉਹਨਾਂ ਦੀ ਚੁੱਪ ਦੇ ਵਿੱਚੋਂ ਹੀ ਲੋਕ ਵੇਖੋ ਕਿੰਨੀ ਸੇਧ ਲੈ ਕੇ ਤੇ ਕਿੰਨੀ ਸੰਗਤ। ਭਪੌਰ ਸਾਹਿਬ ਮੈਂ ਦਰਸ਼ਨ ਕਰਨ ਗਿਆ, ਆ ਪ੍ਰਧਾਨ ਗੁਰਮੀਤ ਸਿੰਘ ਜੀ ਸੰਗਤ ਲੈ ਕੇ ਗਏ, ਔਰ ਇੰਨੀ ਸੰਗਤ ਜਾਂਦਿਆਂ ਕੁਛ ਵੀ ਨਹੀਂ, ਕੱਲੇ ਰਾਗੀ ਤੇ ਕੱਲੇ ਪ੍ਰਚਾਰਕ ਲੱਗੇ ਹੋਏ। ਵੇਂਦਿਆਂ 10 ਮਿੰਟਾਂ ਜੀ ਬੱਸਾਂ ਕੀ ਟਰੱਕ ਕੀ ਉੱਥੇ ਪੈਰ ਰੱਖਣ ਨੂੰ ਜਗ੍ਹਾ ਨਾ ਮਿਲੇ, ਬੜੀ ਮੁਸ਼ਕਿਲ ਮੱਥਾ ਟੇਕੀ। ਇੰਨੀਆਂ ਸੰਗਤਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ। ਮੈਂ ਹੈਰਾਨ ਰਹਿ ਗਿਆ ਵੇਖ ਕੇ ਵੀ 7ਵੀਂ ਬਰਸੀ ਹੈ ਤੇ ਸੰਗਤਾਂ ਦੇ ਮਨ ਵਿੱਚ ਵੇਖੋ ਉਤਸ਼ਾਹ ਫਿਰ ਵੀ ਉਹਨਾਂ ਹੈ, ਉਹਨਾਂ ਦੀ ਚੜ੍ਹਾਈ ਕਰਨ ਤੋਂ ਬਾਅਦ ਵੀ। ਤੋ ਇਸ ਲਈ ਜੇ ਜੀਵਨ ਆਪਣਾ ਆਪ ਸਵਾਰਿਆ ਹੋਵੇ ਤੇ ਸੰਗਤਾਂ ਆਪਣੇ ਆਪ ਹੀ ਬਿਨਾਂ ਬੋਲਣ ਤੋਂ ਹੀ ਸੇਧ ਲੈ ਸਕਦੀਆਂ, ਨਹੀਂ ਤਾਂ ਬੋਲਿਆਂ ਵੀ। ਜਿਸ ਤਰ੍ਹਾਂ ਖਾਲੀ ਭਾਂਡਾ ਖੜਕਦਾ ਤੇ ਇਸੇ ਤਰ੍ਹਾਂ ਖਾਲੀ ਗੱਡੀ ਖੜ ਲੰਘਦੀ ਜਾਂਦੀ। ਜਿਹੜੀ ਖਾਲੀ ਬੰਦੂਕ ਹੈ ਖੜਕਾ ਤਾਂ ਉਹਨਾਂ ਹੀ ਕਰਦੀ ਤੇ ਪਰ ਨਿਸ਼ਾਨਾ ਨਹੀਂ ਮਿਲਦੀ। ਤੋ ਇੰਜ ਬੋਲਿਆ ਕਿਸੇ ਵੀ ਅਰਥ ਨਹੀਂ ਆਉਂਦਾ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਨੀਆ ਰਾਮ ਰਾਜੇ। ਜੇ ਆਪ ਦਾ ਮਨ ਪ੍ਰੇਮ ਨਾਲ ਬੰਨਿਆ ਹੋਵੇ ਤਾਂ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਤੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਤੋ ਇੰਜ ਜੇ ਮਨ ਨੂੰ ਪ੍ਰੇਮ ਦੇ ਤੀਰ ਲੱਗੇ ਹੋ ਤਾਂ ਦੂਜੇ ਉੱਪਰ ਵੀ ਅਸਰ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਪਹਿਲਾਂ ਆਪ ਤਾਂ ਗੁਣ ਗਾ ਲਓ ਭਾਈ। ਆਪਾਂ ਦੂਜਿਆਂ ਨੂੰ ਨਾਮ ਜਪਾਉਣ ਬੈਠ ਜਾਂਦੇ ਆ, ਦੂਜਿਆਂ ਦਾ ਸੁਧਾਰ ਕਰਨ ਤੁਰ ਪੈਂਦੇ ਆ, ਤੇ ਪਰ ਖਾਲਸਾ ਉਹ ਹੈ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ। ਖਾਲਸਾ ਦੇਵ ਉਹ ਹੈ ਜਿਹੜਾ ਆਤਮਾ ਦਾ ਰਸ ਜਾਣੇ। ਪਹਿਲੀ ਗੱਲ ਤਾਂ ਸਾਨੂੰ ਆਤਮਾ ਦਾ ਨਹੀਂ ਪਤਾ, ਫਿਰ ਰਸ ਦੀ ਡੈਫੀਨੇਸ਼ਨ ਨਹੀਂ, ਫਿਰ ਆਤਮਾ ਰਸ ਦੋਵੇਂ ਸਮਿਲਿਤ, ਇਹਦੇ ਬਾਰੇ ਕੌਣ ਜਾਣੇ। ਕਲਗੀਧਰ ਪਾਤਸ਼ਾਹ ਦਾ ਬਚਨ ਹੈ ਕਿ ਅਸੀਂ ਅੰਮ੍ਰਿਤ ਛਕ ਕੇ ਆਪਣੇ ਆਪ ਨੂੰ ਖਾਲਸਾ ਤੱਕ ਪਹੁੰਚਦੇ ਹਾਂ, ਪਰ ਆਤਮ ਰਸ ਨੂੰ ਜਾਣਦੇ ਨਹੀਂ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਜਾਣਨ ਦਾ ਅਰਥ ਹੈ ਮੰਨਣਾ, ਪ੍ਰਾਪਤ ਕਰਨਾ, ਉਹੀ ਖਾਲਸਾ ਅਸਲ ਹੈ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਹਿਨ ਪੇਵ। ਪਰਮਾਤਮਾ ਚ ਮੇਰੇ ਚ ਤੇ ਉਹਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਹੈ। ਇਸ ਲਈ ਸਤਿਗੁਰੂ ਜੀ ਦਾ ਹੁਕਮ ਹੈ ਰਹਿਤਨਾਮਿਆਂ ਦੇ ਵਿੱਚ ਕਿ ਹਰ ਜਸ ਕਰਤੇ ਬਾਤ ਚਲਾਵੇ ਤੇ ਉਹ ਨਰ ਕੁੰਭੀ ਨਰਕ ਸਿਧਾਵੇ। ਕਥਾ ਕੀਰਤਨ ਹੁੰਦੇ ਆ, ਜੇ ਕੋਈ ਗੱਲਾਂ ਬਾਤਾਂ ਆਪਦੀਆਂ ਘਰ ਦੀਆਂ ਕਰਨ ਲੱਗ ਪਏ ਉਹ ਕੁੰਭੀ ਨਰਕ ਦੇ ਵਿੱਚ ਪੈਂਦਾ। ਅੰਮ੍ਰਿਤ ਵੇਲੇ ਦੀ ਤੇ ਸ਼ਾਮਾਂ ਦੀ ਸੰਗਤ ਜੋ ਗੁਰੂ ਘਰ ਦੀ ਡੇਲੀ ਸੰਗਤ ਹੈ ਉਹ ਤਾਂ ਚੜ੍ਹਦੀ ਕਲਾ ਇਕਾਗਰਤਾ ਦੀ ਸਹਿਤ ਹੀ ਆਉਂਦੀ। ਔਰ ਜਿਹੜਾ ਵੀ ਆਇਆ ਸੁਣਨ ਆਇਆ ਹੈ, ਕੁਛ ਕਰਨ ਆਇਆ ਹੈ, ਖਾਸ ਕਰਕੇ ਇਹ ਜਿਹੜੀ ਘਾਟ ਹੈ ਭੋਗਾਂ ਦੇ ਉੱਪਰ ਵੇਖੀ ਜਾਂਦੀ ਹੈ। ਖਾਸ ਕਰਕੇ ਮਰਗ ਦਾ ਭੋਗ ਉੱਥੇ ਬਧੋਰਦੀ ਜਾਣਾ ਹੀ ਪੈਂਦਾ, ਔਰ ਹਰੇਕ ਨੂੰ ਪਹੁੰਚਣਾ ਪੈਂਦਾ। ਫਿਰ ਘਰ ਨੂੰ ਜਾਣ ਦੀ ਵੀ ਕਾਹਲੀ ਹੁੰਦੀ ਹੈ, ਭੋਗ ਵੀ ਮਰਗ ਦਾ ਲੇਟ ਹੀ ਪੈਂਦਾ। ਆਪਾਂ ਤਾਂ ਕੋਈ ਵੀ ਹੋਵੇ, ਭਾਵੇਂ ਮਰਗ ਦਾ ਤੇ ਭਾਵੇਂ ਖੁਸ਼ੀ ਦਾ, 10 ਵਜੇ ਹੀ ਸ਼ੁਰੂ ਕਰ ਦਈਦਾ। ਮੁੜ ਕੇ ਕਥਾ ਕੀਰਤਨ ਕਰਦੇ ਹਾਂ ਤੇ 12-1 ਤਾਂ ਵੱਜ ਹੀ ਜਾਂਦਾ। ਜੇ ਪਾਓ ਹੀ 12 ਵਜੇ ਫਿਰ ਤਾਂ 4 ਵੱਜਣਗੇ। ਫਿਰ ਘੜੀਆਂ ਵਾਲੀ ਵੇਖਦੇ ਰਹਾਂਗੇ, ਉੱਥੇ ਰੌਲਾ ਪੈਂਦਾ, ਸੁਣਨਾ ਕਿਸੇ ਨੇ ਕੀ ਹੈ। ਤੋ ਇੰਜ ਕਿਤੇ ਵੀ ਸੰਗਤ ਹੈ, ਕਿਸੇ ਵੀ ਬਹਾਨੇ ਨਾਲ ਹੈ, ਇਕਾਗਰਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਸੰਗਤ 'ਚ ਪ੍ਰੇਮ ਕਰਕੇ ਬੈਠੋ। ਗੁਰੂ ਸਾਹਿਬ ਜੀ ਦਾ ਹੁਕਮ ਹੈ ਸਤ ਸੰਗਤੀ ਬਹਿ ਪਾਉ ਕਰ। ਜਿਹੜੀ ਸਤ ਸੰਗਤ ਹੈ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਇਹਦੇ ਵਿੱਚ ਪ੍ਰੇਮ ਦੇ ਸਹਿਤ ਹੋ ਕੇ ਐਨ ਸਾਵਧਾਨ ਇਕਾਗਰਚੀਤ ਸ਼ਰਧਾ ਸੰਯੁਕਤ ਹੋ ਕੇ ਜਿਹੜੇ ਬੈਠਦੇ ਹਨ ਸਦਾ ਹਰ ਕੇ ਗੁਣ ਗਾਏ। ਸਤ ਸੰਗਤ 'ਚ ਬੈਠ ਕੇ ਪ੍ਰੇਮ ਨਾਲ ਨਾਮ ਬਾਣੀ ਨੂੰ ਸੁਣਦੇ ਨੇ, ਉਹ ਹਮੇਸ਼ਾ ਪਰਮੇਸ਼ਰ ਦੇ ਜਸ ਰੂਪ ਗੁਣਾਂ ਨੂੰ ਗਾਉਂਦੇ ਹਨ। ਸਾਖੀਆਂ ਉਹਨਾਂ ਨੂੰ ਯਾਦ ਹੋ ਜਾਂਦੀਆਂ, ਸ਼ਬਦ ਕੰਠ ਹੋ ਜਾਂਦੇ ਨੇ, ਤੋ ਮਹਾਰਾਜ ਦਾ ਜਸ ਗਾਉਣ ਦੀ ਜਾਚ ਆ ਜਾਂਦੀ। ਤੇ ਸਦਾ ਇੱਕ ਰਸ ਹਮੇਸ਼ਾ ਲਗਾਤਾਰ ਵਾਹਿਗੁਰੂ ਵਾਹਿਗੁਰੂ
ਨਾਮ ਰੂਪ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ। ਨਾਨਕ ਸੇ ਜਨ ਸੋਹਣੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਗੁਰਮੁਖ ਜਨ ਸੋਹਣੇ ਲੱਗਦੇ, ਸ਼ੋਭਨੀਕ ਹੁੰਦੇ ਨੇ। ਸੋ ਲਿਸ਼ਕ ਪੁਸ਼ਕ ਦੇ ਨਾਲ, ਕੱਪੜਿਆਂ ਦੇ ਨਾਲ, ਗਹਿਣੇ ਗੱਟੇ ਜਾਂ ਮੇਕਅਪ ਨਾਲ ਨਹੀਂ ਬੰਦਾ ਸੋਹਣਾ ਬਣਦਾ। ਮਹਾਰਾਜ ਕਹਿੰਦੇ ਨੇ ਸਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣ। ਉਹੀ ਸੁੰਦਰ ਸੋਹਣੇ ਗੁਰਮੁਖ ਨੇ ਜਿਹੜੇ ਸੰਗ ਚ ਆ ਕੇ ਬੈਠਦੇ ਨੇ। ਹਰ ਤਨ ਜਿਨੀ ਸੰਜਿਆ ਸਈ ਗੰਭੀਰ ਅਪਾਰ ਜੀਓ। ਜਿਨ੍ਹਾਂ ਨੇ ਹਰੀ ਨਾਮ ਤੁਹਾਨੂੰ ਇਕੱਤਰ ਕੀਤਾ ਉਹੀ ਗੰਭੀਰ ਅਪਾਰ ਪ੍ਰਭੂ ਪਰਮਾਤਮਾ ਜੀ ਦੀ ਪ੍ਰਾਪਤੀ ਵਾਲੇ ਹਨ। ਹਰ ਅੰਮ੍ਰਿਉ ਰਸਾਇਣ ਪੀਵੀਐ, ਮੋਹਿ ਡਿਠੈ ਜਨ ਕੈ ਜੀਵੀਐ। ਤੇ ਤੋਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨਾ ਲੱਗੇ ਗਾਲ ਜੀਓ। ਜੇ ਗੁਰਮੁਖ ਮੇਲ ਮਿਲਾਏ। ਜਿਹੜੇ ਗੁਰਮੁਖ ਜਨਾਂ ਦੇ ਜਾਂ ਮੁਖੀ ਗੁਰਾਂ ਦੇ ਮਿਲਾਪ ਦੇ ਵਿੱਚ ਆਪਣੇ ਆਪ ਨੂੰ ਮਿਲਾਉਂਦੇ ਨੇ, ਜਾਂ ਜਿਹੜੇ ਗੁਰਮੁਖ ਜਨ ਆਪ ਵਾਹਿਗੁਰੂ ਦੇ ਨਾਮ 'ਚ ਮਿਲੇ ਹੋਏ ਤੇ ਹੋਰਨਾਂ ਨੂੰ ਵਾਹਿਗੁਰੂ ਦੇ ਮੇਲ 'ਚ ਮਿਲਾ ਦਿੰਦੇ ਨੇ, ਉਹੀ ਪੁਰਖ ਸੋਹਣੇ ਲੱਗਦੇ ਹਨ। ਪੌੜੀ। ਇਹ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਹੈ, ਕਿਉਂਕਿ ਬਿਲਾਵਲ ਕੀ ਵਾਰ ਮਹੱਲਾ ਚੌਥਾ ਇਹ ਸਰਲੇਖ ਹੈ। ਵਾਰ ਪੌੜੀਆਂ ਹੀ ਹੁੰਦੀਆਂ ਨੇ। ਸਭਨਾ ਜੀਆਂ ਵਿੱਚ ਆਪ ਵਿੱਚ ਹਰਿ ਆਪ। ਜੋ ਹਰੀ ਪਰਮੇਸ਼ਰ ਹੈ ਆਪ ਸਾਰੀਆਂ ਜੀਵਾਂ ਦੇ ਅੰਦਰ ਵਿਆਪਕ ਹੈ। ਅੰਦਰ ਵੀ ਹੈ ਤੇ ਬਾਹਰ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ। ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ। ਘਟ ਘਟ ਵਿਆਪ ਰਿਹਾ ਭਗਵੰਤ। ਘਟਾਂ ਘਟਾਂ 'ਚ ਭਗਵੰਤ ਵਿਆਪ ਰਿਹਾ ਹੈ। ਤਰਨ ਮਾਹੇ ਆਕਾਸ ਭਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਸਾਰਿਆਂ ਦੇ ਹਿਰਦਿਆਂ ਦੇ ਵਿੱਚ, ਸਭ ਧਰਤੀ ਦੇ ਉੱਪਰ ਸਭਨਾਂ ਦੀ ਪਾਲਣਾ ਕਰ ਰਿਹਾ ਹੈ। ਸਭਨਾਂ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੋ ਭਗਤਾਂ ਕਾ ਮਿਤ ਹਰ। ਉਹੀ ਹਰੀ ਪਰਮੇਸ਼ਰ ਆਪਣੇ ਭਗਤ ਜਨਾਂ ਦਾ ਮਿੱਤਰ ਪਿਆਰਾ ਸੱਜਣ ਹੈ। ਸਭ ਕੋਈ ਹਰ ਕੈ ਵਾਸਾ। ਸਭ ਕੋਈ ਹਰੀ ਪ੍ਰਮਾਤਮਾ ਦੇ ਵਸ ਵਿੱਚ ਅਧੀਨ ਹੈ। ਕਿਸੇ ਬੰਦੇ ਦੀ ਖੁਸ਼ਾਮਦ ਕਰਨ ਦੀ ਬਜਾਏ ਕਿਸੇ ਨਾਲ ਤੁਹਾਨੂੰ ਕੰਮ ਹੈ, ਤੁਸੀਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ। ਔਰ ਅਰਦਾਸ ਤੋਂ ਪਹਿਲਾਂ ਭਾਵੇਂ ਮੂਲ ਮੰਤਰ ਹੀ ਪੜ੍ਹ ਲਓ 5 ਵਾਰ, ਵਾਹਿਗੁਰੂ ਹੀ ਕਹਿ ਲਓ, ਪਰ ਕਰੋ ਕੁਛ ਜ਼ਰੂਰ ਅਰਦਾਸ ਤੋਂ ਪਹਿਲਾਂ। ਜਾਂ ਸ਼ਬਦ ਦਾ ਪਾਠ ਕਰੋ, ਜਾਂ ਸੁਖਮਨੀ ਸਾਹਿਬ, ਜਾਂ ਜਪਜੀ ਸਾਹਿਬ, ਜਾਂ ਚੌਪਈ ਸਾਹਿਬ, ਕੁਝ ਨਾ ਕੁਝ ਕਰਕੇ ਫਿਰ ਮਹਾਰਾਜ ਨੂੰ ਆਖੋ ਵੀ ਫਲਾਣਾ ਮੇਰਾ ਕੰਮ ਫਲਾਣੇ ਬੰਦੇ ਦੇ ਅਧੀਨ, ਤੇ ਤੂੰ ਉਹਦੇ ਮਨ 'ਚ ਵਸ ਤੇ ਉਹ ਮੇਰਾ ਕੰਮ ਕਰ ਦੇ। ਅਗਲੇ ਦੇ ਤਰਲੇ ਮਾਰਨ ਦੀ ਬਜਾਏ ਮੈਂ ਕਈ ਵਾਰ ਵੇਖਿਆ ਵੀ ਜੇ ਮੱਥਾ ਟੇਕ ਕੇ ਨਾ ਜਾਓ ਉਹਦੇ ਲੈਣ 'ਚ ਖੜੋਤੇ ਰਹੀਦਾ, ਫਿਰ ਬੰਦਾ ਪਛਤਾਉਂਦਾ ਵੀ ਇਹਦੇ ਨਾਲ ਤਾਂ ਗੁਰਦੁਆਰੇ ਹੀ ਬਹਿ ਆਉਂਦੇ ਚੰਗਾ ਸੀਗਾ। ਤੇ ਜਿੰਨਾ ਸਮਾਂ ਆਪਾਂ ਹਸਪੀਟਲਾਂ ਦੇ ਵਿੱਚ ਲਾਉਣਾ ਹੈ ਜਾਂ ਕਿਸੇ ਦੀ ਲਾਈਨ 'ਚ ਲੱਗਣਾ ਜਾਂ ਦਰਵਾਜ਼ੇ ਤੇ ਵੇਟ ਕਰਨੀ, ਉਹਨਾਂ ਸਮਾਂ ਮੱਥਾ ਟੇਕੋ। ਕੋਈ ਮਹਾਰਾਜ ਦਾ ਪਾਠ ਪੂਜਨ, ਕੋਈ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਗੁਰੂ ਸਾਹਿਬ ਨੂੰ ਮਨਾਓ। ਗੌੜੀ ਮਹੱਲਾ ਪੰਜਵਾ। ਥਿਰ ਕਰ ਬੈਸੋ ਹਰ ਜਨ ਬਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸਾਹ ਸਭ ਵਸ ਕਰ ਦੀਨੇ, ਬਾਦਸ਼ਾਹ ਵੀ ਮਹਾਰਾਜ ਵਸ ਚ ਕਰ ਦਿੰਦਾ। ਹਰਿ ਅੰਮ੍ਰਿਤ ਨਾਮ ਮਹਾਨਸ ਪੀਨੇ, ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਮਿਲ ਕੀਨੋ ਦਾਨ, ਸਰਨ ਪਰੇ ਪ੍ਰਭ ਅੰਤਰ ਜਾਮੀ। ਨਾਨਕੀ ਓਟ ਪਗਰੀ ਪ੍ਰਭ ਸੁਆਮੀ। ਕਿਉਂਕਿ ਉਹ ਸਾਰਿਆਂ ਦਾ ਮਾਲਕ ਆਪ ਹੈ। ਉਹੀ ਭਗਤ ਜਨ ਆਪਦੇ ਮਨ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਹਨ। ਸਭ ਕੋਈ ਵਾਹਿਗੁਰੂ ਜੀ ਦੇ ਅਧੀਨ ਹੈ। ਜੀ ਜੰਦ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਜਿਸ ਤਰ੍ਹਾਂ ਕਠਪੁਤਲੀਆਂ ਡੋਰੀ ਦੇ ਨਾਲ ਨਾਚ ਕਰਦੀਆਂ, ਅੱਜ ਕੱਲ੍ਹ ਡੋਰੀਆਂ ਨਹੀਂ, ਅੱਜ ਕੱਲ੍ਹ ਰਿਮੋਟ ਹੁੰਦੇ ਨੇ।
ਸਾਰਾ ਰਿਮੋਟ ਕੰਟਰੋਲ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਸਭਨਾਂ ਦਾ। ਭਗਤਾਂ ਕੈ ਆਨੰਦ ਕਰ, ਇਸੇ ਕਰਕੇ ਭਗਤੀ ਵਾਲੇ ਪੁਰਖਾਂ ਦੇ ਹਿਰਦੇ ਰੂਪ ਘਰ ਵਿੱਚ ਆਤਮਿਕ ਆਨੰਦ ਸੁਖ ਬਣਿਆ ਰਹਿੰਦਾ ਹੈ। ਹਰ ਭਗਤਾਂ ਕਾ ਮੇਲੀ ਸਰਬਤ ਸਾਉ, ਜੋ ਸਾਰੇ ਦੇ ਅੰਦਰ ਸੋ ਹੈ ਉਹੀ ਹਰੀ ਪਰਮੇਸ਼ਰ ਆਪਣੇ ਭਗਤਾਂ ਦਾ ਮਿਲਾਪੀ ਹੈ। ਇਸੇ ਪ੍ਰਕਾਰ ਹਰ ਭਗਤਾਂ ਕਾ ਮੇਲੀ ਸਰਬਤ ਸਾਉ, ਹਰੀ ਪਰਮੇਸ਼ਰ ਆਪਣੇ ਸਾਰੇ ਭਗਤਾਂ ਦਾ ਮਿਲਾਪੀ ਹੈ। ਇਸੇ ਕਰਕੇ ਹਰ ਭਗਤਾਂ ਕਾ ਮੇਲੀ ਸਰਬਤ ਸਾਉ, ਸਾਰੇ ਭਗਤਾਂ ਦੇ ਨਾਲ ਆਪ ਦਾ ਮੇਲ ਮਿਲਾਪ ਰੱਖਣ ਵਾਲਾ ਵਾਹਿਗੁਰੂ ਹੈ। ਮਤਲਬ ਜੇ ਉਹਨੂੰ ਲੱਭਣਾ ਹੋਵੇ ਮਿਲਣਾ ਹੋਵੇ ਤੇ ਸੰਤਾਂ ਭਗਤਾਂ ਦੇ ਵਿੱਚੋਂ ਮਿਲੇਗਾ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਕਿਹਨੂੰ ਕਹਿੰਦੇ ਹੋ ਤੁਸੀਂ? ਮੈਂ ਤਾਂ ਅਜੇ ਤੱਕ ਵੇਖਿਆ ਨਹੀਂ। ਜੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਰੱਬ ਕੌਣ ਹੈ ਜੀ, ਤਾਂ ਗੁਰੂ ਸਾਹਿਬ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਵਾਹਿਗੁਰੂ ਕੀ ਹੈ? ਗੁਰਬਾਣੀ ਤਾਂ ਹੈ, ਗੁਰਾਂ ਦੀ ਬਾਣੀ, ਗੁਰਾਂ ਦੇ ਮੁਖੋਂ ਉਚਾਰੀ ਹੋਈ। ਵਾਹਿਗੁਰੂ 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 ਵਾਹਿ ਜੀਓ। ਜਿਹਦੀ ਰਸਨਾ ਤੇ ਬਾਣੀ ਹੈ ਤੋ ਰੱਬ ਹੀ ਆ ਗਿਆ। ਮਤਲਬ ਸੰਤ ਬਾਣੀ ਪੜ੍ਹਦੇ ਨੇ, ਵਾਹਿਗੁਰੂ ਜਪਦੇ ਨੇ, ਤੋ ਰੱਬ ਨਾਮ ਗੁਰਬਾਣੀ ਦਾ ਹੈ, ਵਾਹਿਗੁਰੂ ਦਾ ਹੈ। ਸੋ ਸੰਤਾਂ ਦੀ ਰਸਨਾ ਤੇ ਵਸਦਾ, ਹਿਰਦੇ ਵਿੱਚ ਵਸਦਾ ਹੈ। ਚਰਨਾਂ ਨਾਲ ਚੱਲ ਕੇ ਗੁਰਬਾਣੀ ਸੁਣਨ ਆਉਂਦੇ ਨੇ, ਤੋ ਇਸ ਲਈ ਚਰਨਾਂ 'ਚ ਵੀ ਵਸਦਾ। ਤਾਈਓ ਲੋਕ ਪੈਰਾਂ ਹੱਥ ਲਾਉਂਦੇ, ਮੱਥਾ ਟੇਕਦੇ। ਉਹ ਮੱਥਾ ਸੰਤਾਂ ਦੇ ਪੈਰਾਂ ਨੂੰ ਨਹੀਂ ਟੇਕਦੇ। ਤੁਸੀਂ ਕੀ ਸਮਝਦੇ ਹੋ? ਨਾ ਹੀ ਉਹਨਾਂ ਨੂੰ ਆਪਦੀ ਦੇਹ ਦਾ ਹੰਕਾਰ ਹੁੰਦਾ ਹੈ। ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਹਰਿਮੰਦਰ ਸਾਹਿਬ ਇੰਨਾ ਨੱਕ ਰਗੜਦੇ ਕਿ ਉਹਨਾਂ ਦੇ ਨੱਕ 'ਚੋਂ ਖੂਨ ਨਿਕਲ ਆਉਂਦਾ। ਸੇਵਾਦਾਰ ਪੁੱਛਦੇ ਵੀ ਬਾਬਾ ਜੀ ਤੁਸੀਂ ਇੰਨਾ ਕਿਉਂ ਨੱਕ ਰਗੜਦੇ ਹੋ? ਕਹਿੰਦੇ ਜੋ ਸੰਗਤਾਂ ਨੇ ਸਾਨੂੰ ਨਮਸਕਾਰ ਕੀਤੀ ਉਹ ਸਾਰੀਆਂ ਨਮਸਕਾਰਾਂ ਅਸੀਂ ਲਿਆ ਕੇ ਜਿਸ ਤਰ੍ਹਾਂ ਗ੍ਰਾਹੀ ਕਰਕੇ ਰੁਪਈਆ 2-2 ਰੁਪਈਏ 10-10 ਰੁਪਈਏ ਜਾਂ ਕਣਕ ਦੀਆਂ ਬੋਰੀਆਂ ਕੋਈ ਲੰਗਰ 'ਚ ਲਿਆ ਕੇ ਭੇਟਾ ਕਰਦਾ, ਸਾਰੀ ਸੰਗਤਾਂ ਤੋਂ ਇਕੱਠਾ ਕਰਕੇ ਪਰਚੀਆਂ ਕੱਟ ਕੇ ਆ ਕੇ ਮਹਾਰਾਜ ਦੇ ਖਜ਼ਾਨੇ 'ਚ ਭੇਟਾ ਕਰੀਦਾ। ਇਉਂ ਸੰਗਤਾਂ ਜਿੰਨੀਆਂ ਵੀ ਸਾਨੂੰ ਵਾਹ ਵਾਹ ਕਹਿੰਦੀਆਂ, ਨਮਸਕਾਰਾਂ ਕਰਦੀਆਂ, ਸਾਰੀਆਂ ਗੁਰੂ ਰਾਮਦਾਸ ਦੇ ਚਰਨਾਂ 'ਚ ਆਪਾਂ ਲਿਆ ਕੇ ਭੇਟਾ ਰੱਖਦੇ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ। ਸੋ ਜਿਹੜਾ ਸੰਤਾਂ ਨੂੰ ਵੀ ਮੱਥਾ ਟੇਕਣਾ, ਮੈਂ ਤਾਂ ਸਮਝਦਾ ਵੀ ਰੱਬ ਨੂੰ, ਗੁਰੂ ਗ੍ਰੰਥ ਸਾਹਿਬ, ਗੁਰੂ ਰਾਮਦਾਸ ਨੂੰ ਟੇਕ ਦਿੱਤਾ, ਕਿਉਂਕਿ ਉਹਨਾਂ ਨੇ ਸਾਰਾ ਕੁਛ ਹੀ ਲਿਆ ਕੇ ਮਹਾਰਾਜ ਨੂੰ ਭੇਟਾ ਰੱਖ ਦੇਣਾ। ਹੰਸਾਲੀ ਵਾਲੇ ਮਹਾਂਪੁਰਖਾਂ ਦੀਆਂ ਜੇਬਾਂ ਪੈਸੇ ਨਾਲ ਭਰੀਆਂ ਰਹਿੰਦੀਆਂ ਸਨ, ਪਰ ਉਹਨਾਂ ਕੋਈ ਕੋਠੀ ਨਹੀਂ ਬਣਾਈ, ਕੋਈ ਕਾਰ ਨਹੀਂ ਖਰੀਦੀ, ਕੋਈ ਆਪ ਦਾ ਡੇਰਾ ਨਹੀਂ ਬਣਾਇਆ। ਭਾਵੇਂ ਮੰਦਿਰ ਵਾਲੇ ਵੀ ਆਉਂਦੇ, ਹਿੰਦੂ ਵੀ, ਉਹਨਾਂ ਨੂੰ ਕਹਿੰਦੇ ਲਓ ਭਾਈ ਆਪ ਦਾ ਮੰਦਿਰ ਬਣਾਓ। ਕਿਸੇ ਨੇ ਆਉਣਾ ਮੇਰੀ ਧੀ ਦਾ ਵਿਆਹ, ਲਓ ਭਾਈ ਚੁੱਕੋ ਮਾਇਆ, ਕਿੰਨੀ ਚਾਹੀਦੀ ਹੈ। ਤੋ ਬੜੇ ਭਰੋਸਾਏ ਸਕੂਲਾਂ ਨੂੰ, ਕਾਲਜਾਂ ਨੂੰ, ਪਰ ਆਪ ਦਾ ਉਹਨਾਂ ਕੁਛ ਨਹੀਂ ਬਣਾਇਆ। ਜਿਵੇਂ ਸੰਗਤ ਦਿੰਦੀ ਤਿਵੇਂ ਮਹਾਰਾਜ ਦੇ ਨਾਮ ਦੇ ਵਰਤਾ ਦਿੰਦੇ। ਸਭ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਬਾਈ ਹੈ। ਇਹ ਸੰਤ ਦਾ ਸਭ ਤੋਂ ਉੱਤਮ ਗੁਣ ਹੈ। ਤੋ ਇਸ ਲਈ ਆਪਾਂ ਰੱਬ ਜੀ ਦੀ ਗੱਲ ਕਰ ਰਹੇ ਸੀਗੇ ਕਿ ਜਿਹੜਾ ਖਸਮ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਉਹ ਜੇ ਤੁਸੀਂ ਉਹਨੂੰ ਵੇਖਣਾ ਹੋਵੇ, ਉਹਦੇ ਦਰਸ਼ਨ ਕਰਨੇ ਹੋਣ, ਤਾਂ ਭਗਤਾਂ ਦੇ ਵਿੱਚ ਆ ਕੇ ਮਿਲੋ, ਤੁਹਾਨੂੰ ਦਰਸ਼ਨ ਕਰਾਉਣਗੇ। ਉਹ ਦਰਸ਼ਨ ਕਿਵੇਂ ਕਰਾਉਣਗੇ? ਜਿਹੜਾ ਆਪਾਂ ਕੀਰਤਨ ਸੁਣਨਾ ਹੈ, ਕਥਾ ਗੁਰਬਾਣੀ ਦਾ ਪਾਠ ਸੁਣਨਾ, ਅੱਜ ਲੰਬੀਆਂ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਬਰਸੀ ਸਮਾਗਮ, ਗੁਰਮਤਿ ਸਮਾਗਮ ਲੈ ਕੇ ਆ ਗਿਆ। ਸਾਰੀ ਦਿਹਾੜੀ ਉੱਥੇ ਦੀਵਾਨ ਸਜੇਗਾ। ਇੰਝ ਜਿਹੜੇ ਗੁਰਮਤਿ ਸਮਾਗਮ ਹਨ, ਇਹਨਾਂ ਵਿੱਚ ਚਿੱਤ ਜੋੜਨਾ, ਇਹੀ ਪ੍ਰਮਾਤਮਾ ਦੇ ਦਰਸ਼ਨ ਹਨ। ਇਉਂ ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਨਿਸਲ ਜਨ ਟੰਗ ਤਾਰ, ਇਸੇ ਕਰਕੇ ਭਗਤ ਜਨ ਟੰਗ ਤੇ ਟੰਗ ਰੱਖ ਕੇ, ਲੱਤ ਤੇ ਲੱਤ ਰੱਖ ਕੇ, ਨਿਸਲ ਬੇਫਿਕਰ ਹੋ ਕੇ ਸੌਂਦੇ ਨੇ। ਭਾਵ ਨਿਰਵਿਕਲਪ ਸਮਾਧੀ ਵਿੱਚ ਸੌਂਦੇ ਨੇ, ਅਸਥਿਤ ਹੁੰਦੇ ਨੇ।
ਭਾਵ ਦੁਨੀਆ ਤਾਂ ਵੇਖੋ ਲੱਖਾਂ ਕਰੋੜਾਂ ਰੁਪਈਆ ਲੋਕਾਂ ਕੋਲ ਹੈ, ਫਿਰ ਵੀ ਭਟਕਦੇ ਰਹਿੰਦੇ ਨੇ, ਭੱਜ ਦੌੜ ਵਿੱਚ ਪਏ ਰਹਿੰਦੇ ਨੇ, ਕੋਈ ਸ਼ਾਂਤੀ ਨਹੀਂ ਕਿਸੇ ਦੇ ਮਨ ਵਿੱਚ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਕਹਿੰਦੇ ਗੁਜ਼ਾਰਾ ਬੜਾ ਔਖਾ ਚੱਲਦਾ, ਸਰਦਾ ਬੜਾ ਮੁਸ਼ਕਿਲ ਹੈ। ਮੈਂ ਤਾਂ ਇਹ ਸਮਝਿਆ ਹੈ ਵੀ ਜਦੋਂ ਰੁਪਈਆ ਵੀ ਨਹੀਂ ਸੀਗਾ ਉਦੋਂ ਖਰਚਾ ਵੀ ਛੋਟਾ ਹੀ ਸੀਗਾ ਅਤੇ ਤਾਂ ਵੀ ਠੀਕ ਹੀ ਸੀਗੇ। ਹੁਣ ਜੇ ਲੱਖ ਵੀ ਤਨਖਾਹ, ਫਿਰ ਖਰਚੇ ਵੀ ਓਨੇ ਵੱਧ ਗਏ ਅਤੇ 1.5 ਲੱਖ ਦਾ ਮਹੀਨੇ ਦਾ ਖਰਚਾ ਬਣ ਗਿਆ, ਅਤੇ ਫਿਰ ਬੰਦੇ ਨੇ ਸੁਖੀ ਕੀ ਰਹਿਣਾ ਹੈ। ਤੋ ਉਹਨਾਂ ਵਿੱਤ ਨਹੀਂ ਹੈ ਅਤੇ ਜਿੰਨੇ ਦੀ ਗੱਡੀ ਖਰੀਦ ਲਈ। ਜੇ ਤਨਖਾਹ ਮੇਰੇ ਵਰਗੇ ਦੀ 10,000 ਹੈ ਅਤੇ ਕਿਸ਼ਤ ਹੋ ਗਈ 14, ਅਤੇ ਫਿਰ ਤਾਂ ਰਾਤ ਦੀਆਂ ਨੀਂਦਾਂ ਹਰਾਮ ਹੋਣੀਆਂ ਹੀ ਨੇ। ਤੋ ਘਰ ਵੀ ਕਿਸ਼ਤਾਂ ਦੇ, ਗੱਡੀ ਵੀ ਕਿਸ਼ਤਾਂ ਦੇ, ਸਭ ਕੁਛ ਹੀ ਕਰਜ਼ਾ ਚੁੱਕ ਲਿਆ, ਫਿਰ ਸਿਰ ਦਰਦ ਕਿੱਥੋਂ ਹਟਣੀ ਹੈ, ਫਿਰ ਸ਼ਾਂਤੀ ਨਹੀਂ ਹੋਣੀ ਹੈ, ਕਿਉਂਕਿ ਮਨ ਦੇ ਵਿੱਚ ਭੱਜ ਦੌੜ ਹੈ। ਤੋ ਇਸ ਵਾਸਤੇ ਫਿਰ ਕਿੱਥੇ ਸੁੱਖ ਮਿਲਣਾ ਹੈ। ਜਿਹੜੇ ਸੰਤ ਨੇ, ਭਗਤ ਨੇ, ਉਹ ਮਹਾਰਾਜ ਦੇ ਨਾਮ ਦੇ ਵਿੱਚ ਇਤ ਬਿਰਤੀ ਜੋੜਦੇ। ਸੁਣਿਆ ਦੁਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ। ਸੋ ਉਹਨਾਂ ਨੂੰ ਹਮੇਸ਼ਾ ਵਿਗਾਸ, ਆਨੰਦ, ਖੁਸ਼ੀ, ਖੇੜਾ ਰਹਿੰਦਾ। ਜਿਸ ਕਰਕੇ ਸੁਣਿਆ ਦੁਖ ਪਾਪ ਕਾ ਨਾਸ, ਦੁੱਖਾਂ ਦੇ ਪਾਪਾਂ ਦਾ ਨਾਸ਼ ਹੁੰਦਾ ਹੈ। ਕੋਈ ਉਹ ਕਲਪਨਾ ਨਹੀਂ ਕਰਦੇ, ਕੋਈ ਫੁਰਨਾ ਨਹੀਂ ਕਰਦੇ, ਕੋਈ ਵਿੱਤੋਂ ਬਾਹਰ ਵੱਧ ਕਰਕੇ ਆਪ ਦੀ ਸ਼ੋਭਤ ਵਾਸਤੇ, ਆਪ ਦੀ ਵਡਿਆਈ ਵਾਸਤੇ ਕਿ ਲੋਕ ਚੰਗਾ ਆਖਣ, ਇਸ ਤਰ੍ਹਾਂ ਸੋ ਉਹ ਖਰਚਾ ਪਾਣੀ, ਕੋਈ ਕਲਪਨਾ, ਕੋਈ ਫੁਰਨਾ ਨਹੀਂ ਕਰਦੇ। ਅਤੇ ਹਰ ਵਕਤ ਵਾਹਿਗੁਰੂ ਦੇ ਭਾਣੇ ਦੇ ਵਿੱਚ, ਜੇ ਗਰੀਬੀ ਹੈ ਤਾਂ ਗਰੀਬੀ, ਜੇ ਆ ਗਿਆ ਤਾਂ ਵੀ ਚੜ੍ਹਦੀ ਕਲਾ। ਇਹ ਮਹਾਰਾਜ ਦੇ ਭਾਣੇ 'ਚ ਹਰ ਵਕਤ ਰਹਿੰਦੇ ਨੇ। ਜਾਂ ਜਿਵੇਂ ਲੱਤ 'ਤੇ ਲੱਤ ਰੱਖ ਕੇ ਬੇਫਿਕਰ ਹੋ ਕੇ ਆਹ ਫੁੱਟਪਾਥਾਂ 'ਤੇ ਵੇਖੋ, ਆ ਮੰਗਤੇ ਕਿੰਨੀ ਸੁੱਖ ਦੀ ਨੀਂਦ, ਰਕਸ਼ੇ ਵਾਲੇ ਬੜੇ ਸੁਖੀ ਹੋ ਕੇ ਸੁੱਤੇ ਹੁੰਦੇ। ਇੰਝ ਭਗਤ ਜਨ ਬਿਰਤੀ ਰੂਪ ਟੰਗ ਨੂੰ ਬ੍ਰਹਮ ਦੀ ਪ੍ਰਾਪਤੀ ਹੋਣ ਰੂਪ ਲੱਤ 'ਤੇ ਲੱਤ ਰੱਖ ਕੇ ਬੇਫਿਕਰ ਹੋ ਕੇ ਨਿਰਵਿਕਲਪ ਸਮਾਧੀ ਵਿੱਚ ਬਿਰਾਜਦੇ ਨੇ। ਜਾਂ ਜਿਹੜੇ ਭਗਤ ਜਨ ਆਪਣੀ ਬਿਰਤੀ ਰੂਪ ਟੰਗ ਨੂੰ ਬੇਫਿਕਰ ਹੋ ਕੇ ਹਰ ਵਕਤ ਵਾਹਿਗੁਰੂ ਵਿੱਚ ਜੋੜੀ ਰੱਖਦੇ, ਉਹ ਨੇ ਸੁਲ ਦੁੱਖਾਂ ਤੋਂ ਨੇ ਰਹਿਤ ਹੋ ਜਾਂਦੇ ਹਨ। ਹਰ ਭਗਤਾਂ ਕਾ ਮੇਲੇ ਸਰਬੱਤ ਸੋ। ਜਿਹੜਾ ਸਰਬੱਤ ਸੋ, ਸਾਰਿਆਂ ਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹੀ ਹਰੀ ਆਪ ਦੇ ਭਗਤਾਂ ਦਾ ਮੇਲੀ ਹੈ, ਭਗਤਾਂ ਨਾਲ ਮਿਲ ਕੇ ਰਹਿੰਦਾ ਹੈ। ਸੋ ਭਗਤਾਂ ਦੇ ਆਖੇ ਲੱਗਦਾ, ਉਹਨਾਂ ਦੀ ਅਰਦਾਸ ਬੇਨਤੀ ਸੁਣਦਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ, ਨਿਸਲ ਜਾਨ ਡੰਗ ਤਾਰ। ਜੇ ਰਾਜਾ ਹੀ ਘਰ ਆ ਗਿਆ ਤਾਂ ਫਿਰ ਬਾਕੀ ਪਿੱਛੇ ਕੀ ਰਹਿ ਗਿਆ। ਜੇ ਵਾਹਿਗੁਰੂ ਹੀ ਆ ਗਿਆ ਤਾਂ ਫਿਰ ਭੱਜ ਦੌੜ ਕਾਹਦੀ ਰਹਿ ਗਈ। ਇਸ ਲਈ ਭਗਤ ਜਨ ਸਬਰ ਸੰਤੋਖ ਦੇ ਨਾਲ ਨਿਸਲ ਹੋ ਕੇ, ਬੇਫਿਕਰ ਹੋ ਕੇ, ਜਿਵੇਂ ਟੰਗ ਦੇ ਟੰਗ ਧਰ ਕੇ ਸੁਖੀ ਹੋ ਕੇ ਸੋਈਂਦਾ, ਇੰਜੋ ਸ਼ਾਂਤੀ ਦੀ ਨੀਂਦ ਵਿੱਚ, ਸਮਾਧੀ ਦੀ ਨੀਂਦ ਵਿੱਚ ਹਮੇਸ਼ਾ ਬੇਫਿਕਰ ਹੋ ਕੇ ਬਾਣੀ ਪੜ੍ਹਦੇ ਰਹਿੰਦੇ। ਇਹ ਅਵਸਥਾ ਮੈਂ ਮਹਾਂਪੁਰਖ ਸੰਤ ਗਿਆਨੀ ਠਾਕੁਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਬਾਬਾ ਜੀ ਜਿਹਨਾਂ 25 ਸਾਲ ਸੰਤ ਜਰਨੈਲ ਤੋਂ ਬਾਅਦ ਸਿੰਘਾਂ ਦੀ ਸੰਗਤ ਦੀ ਸੇਵਾ ਕੀਤੀ, ਉਹਨਾਂ ਨੂੰ ਵੇਖਿਆ ਹੈ ਵੀ ਇੰਨਾ ਵੱਡਾ ਕੰਮ ਹੁੰਦਾ ਸੀ। 500-550 ਸਿੰਘ ਉਹਨਾਂ ਦੇ ਅਧੀਨ ਹੁੰਦੇ, ਔਰ ਇੰਨਾ ਵੱਡਾ ਡੇਰਾ, ਇੰਨਾ ਵੱਡਾ ਖਰਚਾ, ਅਤੇ 10-10, 20-20 ਲੱਖ ਇੱਕ ਮਹੀਨੇ ਦਾ ਵੀ ਕਈ ਵਾਰ। ਪਰ ਉਹਨਾਂ ਨੂੰ ਫਿਕਰ ਕੋਈ ਨਹੀਂ। ਅੱਠੇ ਪੈਰ ਰਾਤ ਨੂੰ ਵੀ ਕਹਿਣਾ ਮੈਂ ਸੌਣਾ ਅਤੇ ਮੇਰੇ ਸਿਰਹਾਣੇ ਆਸਣ ਲਾ ਲਓ, ਸੁੱਤੇ ਪਿਆ ਕਹਿੰਦੇ ਬਾਣੀ ਸੁਣਾਓ। ਮਾੜਾ ਜਿਹਾ ਵੀ ਸੁਸਤੀ ਪੈਣੀ, ਸੋਚਣਾ ਵੀ ਇਹ ਸੁੱਤੇ ਪਏ ਨੇ ਅਤੇ ਢਿੱਲਾ ਜਿਹਾ ਹੋ ਜਾਣਾ। ਮੈਨੂੰ ਕਈ ਵਾਰ ਆਖਿਆ ਵੀ ਤੂੰ ਤਾਂ ਇਉਂ ਪੜ੍ਹਦੇ ਆ ਜਿਸ ਤਰ੍ਹਾਂ ਆਪ ਦਾ ਨਿਤਨੇਮ ਕਰਦਾ ਹੋਇਆ, ਮੈਨੂੰ ਕਿਉਂ ਨਹੀਂ ਸੁਣਾ, ਮੇਰੇ ਕੰਨ ਲੱਗੇ ਬੋਲ, ਸੁੱਤੇ ਪਏ। ਅੱਠੇ ਪੈਰ ਇੱਕ ਤੇ ਲਿਵੈ ਮੰਨੇਨ ਹੁਕਮਾਂ ਬਾਰ। ਤੋ ਜਿੰਨਾ ਚਿਰ ਵੀ ਉਹਨਾਂ ਦੇ ਦਰਸ਼ਨ ਕਰਦੇ ਰਹੇ ਹਾਂ, ਕੋਈ ਇਹੋ ਜਿਹਾ ਸਮਾਂ ਨਹੀਂ ਵੀ ਉਹ ਬਾਣੀ ਪੜ੍ਹਦੇ ਜਾਂ ਸੁਣਦੇ ਨਾ ਹੋਣ। 2 ਵਜੇ ਉੱਠਣਾ, 4 ਵਜੇ ਤੱਕ ਆਪ ਦਾ ਨਿਤਨੇਮ ਸੰਪੂਰਨ ਕਰ ਲੈਣਾ, ਗੁਟਕੇ ਤੋਂ ਵੇਖ ਕੇ ਸਾਰਾ ਗੁਟਕਾ ਆਪ ਪੜ੍ਹਨਾ, ਐਨਕਾਂ ਲਾ ਕੇ। ਫਿਰ ਸਿੰਘਾਂ ਨੇ ਆਉਣਾ ਅਤੇ ਵਾਰੀ ਮੁਤਾਬਕ ਘੁੱਟ-ਘੁੱਟ ਪਾਣੀ ਪੀ ਜਾਣਾ। ਮੈਂ ਵੇਖਿਆ ਕਈ ਵਾਰ ਵੀ 2 ਘੰਟੇ ਸਾਡੇ ਕੋਲ ਲਾਉਣੇ ਔਖੇ ਹੋ ਜਾਂਦੇ, ਉੱਥੇ 6-6 ਘੰਟੇ ਕਈ ਵਾਰ
ਤੇ ਕਿਸੇ ਨੇ ਆਉਣਾ ਹੀ ਨਾ, ਤੇ ਆਪ ਪਾਣੀ ਦਾ ਘੁੱਟ ਪੀ ਪੀ ਕੇ ਤੇ ਨਿਗਾਹ ਮਾਰਨੀ, ਤੇ ਜਿਹਨੂੰ ਕਹਿ ਦੇਣਾ ਤੇ ਉਹਦੀ ਭੁੱਖ ਤੇ ਨੀਂਦ ਇੱਕਦਮ ਹੀ ਉਡਾ ਦੇਣੀ। ਤੇ ਇੰਜ ਐਸੇ ਮਹਾਂਪੁਰਖ ਰੱਬ ਦੇ ਪਿਆਰ ਵਾਲੇ ਜਿਨ੍ਹਾਂ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ, ਕੇਵਲ ਨਾਮ ਇਸ ਪੰਕਤੀ ਦੇ ਉੱਪਰ ਪਹਿਰਾ ਦਿੱਤਾ ਤੇ ਮਹਾਰਾਜ ਦਾ ਨਾਮ ਜਪਿਆ। ਬੇਫਿਕਰ ਹੋ ਕੇ ਹਰ ਵਕਤ ਉਹ ਵਾਹਿਗੁਰੂ ਵਿੱਚ ਚਿੱਤ ਜੋੜੀ ਰੱਖਦੇ ਤੇ ਮਹਾਰਾਜ ਆਪ ਦੇ ਕਾਰਜ ਆਪ ਸਵਾਰਦਾ। ਹਰ ਸਵਨਾ ਕਾਹੈ ਖਸਮ, ਉਹ ਹਰੀ ਪਰਮੇਸ਼ਰ ਸਾਰਿਆਂ ਦਾ ਖਸਮ ਹੈ, ਸਾਰਿਆਂ ਦਾ ਮਾਲਕ ਹੈ। ਸੋ ਭਗਤ ਜਨ ਚਿਤ ਕਰ, ਭਗਤ ਜਨ ਹਰ ਵਕਤ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਰਹਿੰਦੇ, ਯਾਦ ਕਰਦੇ ਰਹਿੰਦੇ ਹਨ, ਹੋਰ ਕਿਸੇ ਵੱਲ ਧਿਆਨ ਨਹੀਂ ਦਿੰਦੇ। ਧੁਨ ਮੈਂ ਧਿਆਨ, ਗੱਲਾਂ ਕਰਦੇ ਵੀ ਆਵਾਜ਼ ਵਿੱਚ ਧਿਆਨ ਰੱਖਦੇ ਨੇ। ਆਪ ਦੇ ਅਜੱਪਾ ਜਾਪ ਦੇ ਵਿੱਚ ਅਜੱਪਾ ਜਾਪ ਨਾ ਵਿਸਰ, ਆਦ ਜੁਗਾਦ ਸਮਾਏ। ਇਉਂ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਧਿਆਨ ਵਿੱਚ ਵਾਹਿਗੁਰੂ ਨੂੰ ਜਾਣ ਲੈਂਦੇ। ਗੁਰਮੁਖ ਅਕਥ ਕਹਾਣੀ ਹੈ, ਜਿਹੜੀ ਕਥਾ ਹੈ ਅਕਥ ਗੁਰਮੁਖਾਂ ਦੀ ਹੈ। ਤੁਧ ਅਪੜ ਕੋਇ ਨਾ ਸਕੈ, ਇਸ ਬੰਦਗੀ ਕਰਨ ਵਾਲੇ ਭਗਤ ਜਨਾਂ ਦੇ ਬਰਾਬਰ ਜਾਂ ਉਹਦੀ ਸ਼ੋਭਾ ਕਰਨੀ ਕਮਾਈ ਜਾਂ ਪ੍ਰਤਾਪ ਦੇ ਬਰਾਬਰ ਹੋਰ ਕੋਈ ਵੀ ਅਪੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ ਹੈ। ਦੁਨੀਆ ਰੌਲਾ ਬਥੇਰਾ ਪਾਉਂਦੀ ਹੈ, ਚੋਰ ਬੜਾ ਲਾਉਂਦੀ ਹੈ, ਤੇ ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਕੋਈ। ਸਭ ਝਾਖ ਝਾਖ ਪਾਵੈ ਝਾੜ, ਆ ਨਿੰਦਿਆ ਕਰਨ ਵਾਲੇ ਇੱਕ ਤਾਂ ਮੂਧੜੇ ਮੂੰਹ ਡਿੱਗਿਆ ਹੈ। ਸਾਨੂੰ ਦੁੱਖ ਹੈ, ਇੰਜ ਹੋਣਾ ਨਹੀਂ ਚਾਹੀਦਾ ਕਿਸੇ ਨਾਲ। ਤੇ ਪਰ ਇੱਕੋ ਹੀ ਕੰਮ, ਰੇਡੀਓ ਤੇ ਬਹਿ ਕੇ ਸੰਤ ਜਰਨੈਲ ਸਿੰਘ ਦੀ ਨਿੰਦਿਆ ਕਰੀ ਜਾਣੀ। ਆਪਾਂ ਤਾਂ ਅੱਖਾਂ ਨਾਲ ਉਹਨਾਂ ਨੂੰ ਵੇਖਦੇ ਰਹੇ ਹਾਂ। ਉਹ ਮਹਾਂਪੁਰਖ ਸੀਗੇ, ਸੰਤ ਸੀਗੇ ਸਾਡੇ ਵਾਸਤੇ, ਹੋਰ ਕਿਸੇ ਦੀ ਗੱਲ ਨਹੀਂ ਆਪਾਂ ਕਰਦੇ। ਜਦ ਵੀ ਉਹਨਾਂ ਨੂੰ ਵੇਖੀਦਾ ਸੀਗਾ, ਉਹਨਾਂ ਦਰਬਾਰ ਸਾਹਿਬ 'ਚ ਹਾਜ਼ਰੀ ਭਰਨੀ, ਕੀਰਤਨ ਸੁਣਨਾ, ਬਾਣੀ ਪੜ੍ਹਦੇ ਰਹਿਣਾ, ਕਥਾ ਦੇ ਵਿੱਚ ਚਿੱਤ ਜੋੜਨਾ, ਤੇ ਕੋਈ ਬੁਰੀ ਗੱਲ ਨਹੀਂ ਵੇਖੀ। ਕਿਸੇ ਥਾਣੇ 'ਚ ਕਿਸੇ ਵੀ ਸਰਕਾਰੀ ਦਰਬਾਰੇ ਉਹਨਾਂ ਦੇ ਵਿਰੋਧ ਦੇ ਵਿੱਚ ਕੋਈ ਐਪਲੀਕੇਸ਼ਨ ਨਹੀਂ ਗਈ, ਕੋਈ FRI, ਕਿਸੇ ਕਿਸਮ ਦਾ ਕੋਈ ਕੇਸ ਨਹੀਂ ਹੈ। ਪਾਕ ਸਾਫ ਤੇ ਚਿੱਟੇ ਬਸਤਰ ਤੇ ਮਨ ਵੀ ਸਾਫ, ਚੜ੍ਹਦੀ ਕਲਾ ਦੇ ਨਾਲ। ਹਾਂ, ਥੋੜ੍ਹੇ ਜਿਹੇ ਵੀਰ ਅਸੀਂ ਜੋ ਧਰਮ ਦੇ ਵਿਰੁੱਧ ਕੋਈ ਕਰਦਾ ਤੇ ਉਹਨਾਂ ਨੂੰ ਥੋੜ੍ਹੀ ਜਿਹੀ ਨਾਰਾਜ਼ਗੀ ਹੁੰਦੀ ਸੀਗੀ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਕੋਈ ਨਿੰਦਿਆ ਕਰੇ, ਤੇ ਬਥੇਰੇ ਆਏ ਨੇ, ਬਥੇਰੇ ਤੁਰ ਗਏ ਨੇ। ਵੇਖੋ ਹਰਨਾਖਸ਼ ਵੀ ਬੜਾ ਆਪਣੇ ਆਪ ਨੂੰ ਬਲ ਵਾਲਾ ਮੰਨਦਾ ਸੀਗਾ, ਤੇ ਮਹਾਰਾਜ ਨੇ ਉਹਨੂੰ ਵੀ ਬਲੇਟ ਕੇ ਰੱਖ ਦਿੱਤਾ। ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ। ਇਉਂ ਮਨਮੁਖ ਲੋਕ ਨਿੰਦਿਆ ਕਰਨ ਵਾਲੇ ਖੱਪ ਖੱਪ ਕੇ ਝੜ ਝੜ ਕੇ ਡਿੱਗ ਪੈਂਦੇ ਨੇ, ਮਰ ਜਾਂਦੇ ਨੇ। ਨੱਕ ਜੋ ਖੂਨ ਨਿਕਲਦਾ ਸਭ ਦੁਨੀਆ ਵੇਖਦੀ ਹੈ। ਪਰ ਸੰਤਾਂ ਦੀ ਪਹਿਲਾਂ ਵੀ ਚੜ੍ਹਦੀ ਕਲਾ ਤੇ ਹੁਣ ਵੀ ਚੜ੍ਹਦੀ ਕਲਾ, ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਚੜ੍ਹਦੀ ਕਲਾ ਰਹਿੰਦੀ। ਕਿਸੇ ਨਿੰਦਿਆ ਵਾਲੇ ਬੰਦੇ ਦਾ ਗੁਰਦੁਆਰਾ ਬਣਿਆ ਦੱਸੋ ਮੈਨੂੰ, ਜਿਹਨੇ ਨਿੰਦਿਆ ਕੀਤੀ ਉਹਦਾ ਗੁਰਦੁਆਰਾ ਹੋਵੇ। ਸੰਤਾਂ ਦੇ ਗੁਰਦੁਆਰੇ ਮੈਂ ਤੁਹਾਨੂੰ ਦਿਖਾ ਦਿੰਦਾ ਜਿਨ੍ਹਾਂ ਦੀ ਨਿੰਦਿਆ ਹੋਈ ਹੈ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ, ਨਿਮਤ ਨਾਮ ਦਿਓ ਦੂਧ ਪੀ ਆਇਆ, ਤੋ ਜਗ ਜਨਮ ਸੰਕਟ ਨਹੀਂ ਆਇਆ। ਹਜ਼ੂਰ ਸਾਹਿਬ ਦੇ ਰਸਤੇ ਦੇ ਵਿੱਚ ਭਗਤ ਨਾਮਦੇਵ ਦਾ ਦੇਹੁਰਾ ਹੈ। ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਸ਼ਵਾਰ ਲਾ। ਉਹ ਨਿੰਦਿਆ ਕਰਨ ਵਾਲੇ ਉੱਥੇ ਲੱਭਦੇ ਨਹੀਂ। ਤੇ ਮੰਦਿਰ ਦੇ ਬਿਲਕੁਲ ਸਾਹਮਣੇ ਭਗਤ ਨਾਮਦੇਵ ਦਾ ਦੇਹੁਰਾ ਬਣਿਆ ਹੋਇਆ ਹੈ। ਕਬੀਰ ਸਾਹਿਬ ਜੀ ਦੇ ਵੇਖੋ ਕਿੰਨੇ ਗੁਰੂ ਘਰ ਨੇ। ਤੇ ਇਸ ਵਾਸਤੇ ਸੰਤਾਂ ਦੇ ਕਿੰਨੇ ਅਸਥਾਨ ਨੇ, ਕਿੰਨੇ ਉਹਨਾਂ ਦੇ ਗੁਰਮਤਿ ਸਮਾਗਮ ਹੁੰਦੇ ਨੇ। ਨਿੰਦਿਆ ਵਾਲਿਆਂ ਦੀ ਕੋਈ ਅਰਦਾਸ ਕਰਦਾ, ਕੋਈ ਯਾਦ ਨਹੀਂ ਹੁੰਦਾ, ਬਿਲਕੁਲ ਨਹੀਂ। ਤੋ ਇਸ ਲਈ ਉਹ ਝੱਕ ਝੱਕ ਕੇ ਝੜ ਝੜ ਕੇ ਡਿੱਗ ਪੈਂਦੇ ਹਨ। ਰੱਬ ਟਾਈਮ ਹਰੇਕ ਨੂੰ ਦਿੰਦਾ ਬੋਲਣ ਦਾ। ਕੋਈ ਬੋਲਦਾ ਕੀ ਹੈ, ਮਹਾਰਾਜ ਦਖਲ ਵੀ ਨਹੀਂ ਦਿੰਦਾ। ਜਦ ਸਮਾਂ ਪੂਰਾ ਹੋ ਜਾਂਦਾ ਤਾਂ ਫਿਰ
ਨਿੰਦਿਆ ਕਰਨ ਵਾਲੇ ਡਿੱਗ ਪੈਂਦੇ ਨੇ, ਸਭ ਉਹਨੂੰ ਬੁਰਾ ਆਖਦੇ ਹਨ। ਇਸੇ ਪ੍ਰਕਾਰ ਤੁਧ ਅੱਪੜ ਕੋਇ ਨਾ ਸਕੈ। ਇਹ ਪ੍ਰਮਾਤਮਾ ਤੇਰੇ ਜਸ ਪ੍ਰਤਾਪ ਦੇ ਬਰਾਬਰ ਹੋਰ ਕੋਈ ਵੀ ਪਹੁੰਚ ਨਹੀਂ ਸਕਦਾ ਹੈ। ਸਭ ਚਾਖ ਚਾਖ ਪਾਵੈ ਚੜ। ਸਾਰੀ ਸ੍ਰਿਸ਼ਟੀ ਦੇ ਲੋਕ ਜ਼ੋਰ ਲਾ ਲਾ ਕੇ ਮਰ ਗਏ ਨੇ, ਮਰ ਰਹੇ ਨੇ, ਖੱਪ ਖੱਪ ਕੇ ਬਿਰਥ ਬੋਲ ਬੋਲ ਕੇ ਝੜ ਪੈਂਦੇ ਨੇ। ਉਨੀ ਬਾਣੀ ਨਹੀਂ ਪੜ੍ਹੀ ਜਾਂਦੀ, ਪਾਠ ਪੂਜਾ ਨਹੀਂ ਹੁੰਦਾ ਜਿੰਨੀ ਨਿੰਦਿਆ ਚੁਗਲੀ 'ਚ, ਤੇ ਆਪ ਦਾ ਟਾਈਮ ਖਰਾਬ ਕਰਦੇ। ਪੈਸੇ ਖਰਚ ਕੇ ਵੀ ਚੈਨਲ ਚਲਾਉਣਾ ਕਿਹੜਾ, ਰੇਡੀਓ ਚਲਾਉਣਾ ਕਿਹੜਾ ਸੌਖਾ, ਹਜ਼ਾਰਾਂ ਹੀ ਡਾਲਰ ਸੈਟੇਲਾਈਟ ਦਾ ਸਿਸਟਮ ਖਰੀਦਣ ਲੱਗਿਆਂ ਲੱਗਦੇ। ਤੋ ਇੰਨਾ ਖਰਚਾ ਕਰਕੇ ਵੀ ਉਹ ਨਿੰਦਿਆ ਕਰਦੇ ਨੇ ਪੁੱਜ ਕੇ। ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ੇ। ਜੇ ਰੱਬ ਨੇ ਸਾਨੂੰ ਸਾਧਨ ਦਿੱਤੇ ਨੇ, ਸੋਹਣੀ ਬੜੀ ਸਟੇਜ ਦਿੱਤੀ ਹੈ, ਬੋਲਣ ਦੀ ਇਜਾਜ਼ਤ ਸਿਖਾਈ ਹੈ, ਦਿਲ ਔਰ ਦਿਮਾਗ ਦਿੱਤਾ ਹੈ, ਤੇ ਕਿੰਨੀ ਬਾਣੀ ਵੇਖੋ, 1430 ਅੰਗ ਮਹਾਰਾਜ ਨੇ ਉਚਾਰੇ ਨੇ। ਸਾਰੀ ਉਮਰ ਪੜ੍ਹਦੇ ਰਹੀਏ ਤਾਂ ਇਹ ਗੁਰਬਾਣੀ ਜੋ ਹੈ ਇਹਦੀ ਵਿਚਾਰ ਖਤਮ ਹੋਣ ਵਾਲੀ ਹੋਈ ਨਹੀਂ ਹੈ। ਕਿੰਨਾ ਚੰਗਾ ਹੋਵੇ ਜੇ ਚੈਨਲਾਂ ਦੇ ਉੱਪਰ ਗੁਰਬਾਣੀ ਦਾ ਪਾਠ ਚੱਲੇ, ਗੁਰਬਾਣੀ ਦਾ ਕੀਰਤਨ ਚੱਲੇ, ਗੁਰਬਾਣੀ ਦੀ ਕਥਾ ਚੱਲੇ। ਜੇ ਮੋਬਾਈਲ ਮਾਰਨੇ ਦਿੱਤੇ, YouTube Facebook 'ਤੇ ਪਾਤਸ਼ਾਹ ਦੀ ਕਥਾ ਡਾਊਨਲੋਡ ਕਰੀਏ। ਕੋਈ ਚੰਗੀ ਗੱਲ ਹੈ, ਕੋਈ ਗੁਰਮਤਿ ਦੀ ਸਾਂਝ ਕਿਸੇ ਨਾਲ ਪਾਈਏ, ਕਿਉਂਕਿ ਮੇਰੇ ਸਾਹਿਬਾਂ ਦਾ ਹੁਕਮ ਹੈ, ਸਾਂਝ ਕਰੀ ਜੈ ਗੁਣੇ ਕੇਰੀ, ਛੋੜ ਅਵਗਣ ਚੱਲੀ ਹੈ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜੇ ਮੈਂ ਹੀ ਹੁੰਦਾ ਮਹਾਰਾਜ ਦੀ ਜਗ੍ਹਾ ਤੇ ਮੈਨੂੰ ਮਾਫ ਕਰਨਾ, ਤਾਂ ਚੰਦੂ ਦੀ ਨਿੰਦਿਆ ਦੇ ਨਾਲ ਹੀ ਮੈਂ ਗ੍ਰੰਥ ਭਰ ਦੇਣਾ ਸੀਗਾ ਵੀ ਚੰਦੂ ਨੇ ਆਹ ਕੀਤਾ, ਮੇਰੇ ਨਾਲ ਉਹ ਕੀਤਾ, ਸਾਰਾ ਚੱਠਾ ਖੋਲ ਕੇ ਰੱਖ ਦੇਣਾ ਸੀ ਵੀ ਇੰਨਾ ਉਹਨੇ ਮੈਨੂੰ ਤੰਗ ਕੀਤਾ, ਇੰਨੀਆਂ ਸਜ਼ਾਵਾਂ ਦਿੱਤੀਆਂ। ਪਰ ਮਜਾਲ ਹੈ ਕਿਤੇ ਇੱਕ ਵੀ ਗੱਲ ਚੰਦੂ ਦੇ ਵਿਰੋਧ 'ਚ ਲੱਭ ਕੇ ਦਿਖਾਓ। ਕਿੰਨੀ ਪਰੇਸ਼ਾਨੀ ਦਿੱਤੀ ਸਾਹਿਬਾਂ ਨੂੰ, ਕਿੰਨਾ ਉਹਨੇ ਦੁਖੀ ਕੀਤਾ। ਜਦ ਵੀ ਭੋਗ ਪੈਂਦਾ ਮੇਰਾ ਸਿੱਧਾ ਧਿਆਨ ਲੋਹ ਪਿੰਜਰੇ 'ਚ ਦਿੱਲੀ ਜਾਂਦਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਦੁਨੀਆ ਕਿਉਂ ਝੁਕਦੀ ਹੈ, ਕਿਉਂ ਨਮਸਕਾਰ, ਕਿਉਂ ਉਹਨਾਂ ਦੇ ਦਿਨ ਮਨਾਉਂਦੀ? ਕਿਤੇ ਔਰੰਗਜ਼ੇਬ ਦਾ ਨਾਂ ਦਿਖਾਓ ਉਹਦੇ 'ਚ ਵੀ ਮੈਨੂੰ ਇਹਨੇ ਲੋਹ ਪਿੰਜਰੇ 'ਚ ਪਾਇਆ ਜੀ, ਆਪਾਂ ਚਿੱਠੀ ਇਹਦੇ ਨਾਲ ਹੀ ਭਰ ਦੇਣੀ ਸੀ ਵੀ ਮੇਰਾ ਬਚਾਅ ਕਰੋ ਜੀ, ਇਹ ਮੇਰੀ ਗੱਲ ਨਹੀਂ ਸੁਣਦਾ ਜੀ, ਇਹਨੇ ਮੈਨੂੰ ਦੁਖੀ ਕਰ ਮਾਰਿਆ ਜੀ। ਵੇਖੋ ਕਿੰਨੇ ਕਿੰਨੇ ਲੋਹੇ ਦੇ ਕੰਡੇ, ਜ਼ਹਿਰ ਦੀ ਪੁੱਠ ਦਿੱਤੀ ਹੋਈ। ਮਜਾਲ ਹੈ ਕਿਤੇ ਕੋਈ ਦੁੱਖ ਵਾਲੀ? ਬਿਲਕੁਲ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸਨਿਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਆਪ ਦੇ ਦੁਸ਼ਮਣਾਂ ਦੀ ਵੀ ਮਹਾਰਾਜ ਨਿੰਦਿਆ ਨਹੀਂ ਕੀਤੀ, ਸਗੋਂ ਇਹ ਕਹਿ ਕੇ ਰੋਕਿਆ ਵੀ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਪਵਨ। ਮਾੜੇ ਬੰਦੇ ਦੀ ਤਾਂ ਵੇਖੋ ਤੇ ਉਹ ਤਾਂ ਕਰਨੀ ਹੋਈ ਕੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸੰਤਾਂ ਦੀ ਨਿੰਦਿਆ, ਭਗਤਾਂ ਦੀ ਨਿੰਦਿਆ ਤਾਂ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ। ਤੋ ਨਿੰਦਿਆ ਤੋਂ ਗੁਰੇਜ਼ ਕਰੀਏ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਕੋਈ ਅਕਾਲ ਤਖਤ ਦਾ ਜਥੇਦਾਰ ਹੈ, ਆਪਾਂ ਕਿਉਂ ਨਹੀਂ ਬਣ ਗਏ? ਉਹਦੀ ਕਮਾਈ ਹੈ ਜਾਂ ਕੋਈ ਮਹਾਰਾਜ ਦੀ ਕਿਰਪਾ ਤਾਂ ਹੀ ਅਗਲਾ ਬਣਿਆ। ਜੇ ਕਿਸੇ ਸੰਪਰਦਾ ਦਾ ਟਕਸਾਲ ਦਾ ਕੋਈ ਮੁਖੀ ਹੈ, ਸਾਨੂੰ ਕਿਉਂ ਨਹੀਂ ਕਿਸੇ ਨੇ ਬਣਾਤਾ ਬਈ? ਕੋਈ ਸੰਤ ਸਾਧੂ ਹੈ, ਮਹਾਰਾਜ ਦੀ ਕਿਰਪਾ ਹੈ ਹੀ ਹੈ ਕੋ ਥੋੜੀ ਬਹੁਤੀ। ਮੈਂ ਤਾਂ ਇਹ ਵੀ ਕਹਿਣਾ ਵੀ ਰਾਧਾ ਸਵਾਮੀ ਬਾਬੇ ਦੀ ਵੀ ਕਮਾਈ ਹੈ। ਐਵੇਂ ਦੁਨੀਆ ਦਾ ਧਰਤੀ ਨੂੰ ਵੀ ਮੱਥਾ ਨਹੀਂ ਟੇਕਦੀ। ਜਿੱਥੇ ਭਗਤ ਨੇ ਪੈਰ ਰੱਖਿਆ ਮੱਥਾ ਵੀ ਉੱਥੇ ਟੇਕਿਆ ਜਾਂਦਾ। ਠੀਕ ਹੈ ਵੀ ਉਹਨਾਂ ਦੀ ਸੋਚ ਕੁਛ ਕ੍ਰੋਸ ਕਰ ਗਈ, ਚੌਂਕ ਤੋਂ ਸੱਜੇ ਖੱਬੇ ਹੋ ਗਈ, ਤੇ ਉਹਨਾਂ ਦੀ ਆਪ ਦੀ ਵੱਖਰੀ ਹੈ, ਪਰ ਦਰਬਾਰ ਸਾਹਿਬ ਤੋਂ ਉਹ ਵੀ ਜਾਂਦੇ ਨੇ। ਕਿਸੇ ਵੀ ਚੈਨਲ ਤੇ ਕਿਸੇ ਅਖਬਾਰ 'ਚ ਮੈਂ ਕਦੀ ਉਹਦਾ ਬਿਆਨ ਨਹੀਂ ਪੜ੍ਹਿਆ ਕਿ ਉਹਨੇ ਕਿਸੇ ਨੂੰ ਬੁਰਾ ਆਖਿਆ ਹੋਵੇ। ਤੇ ਇਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਾਨੂੰ ਸਮਤ ਬਖਸ਼ਣ। ਅੱਜ ਕੱਲ੍ਹ ਸਾਡਾ ਸੁਭਾਅ, ਸਾਡਾ ਮਨ ਜੋ ਦੂਜੇ ਪਾਸੇ ਹੋ ਗਿਆ, ਆਪਾਂ ਗੁਰਮਤਿ ਨੂੰ ਦ੍ਰਿੜ ਕਰੀਏ, ਅੰਮ੍ਰਿਤ ਛਕੀਏ, ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ, ਜਿਸ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਮਹਾਰਾਜ ਨੇ ਆਖਿਆ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ, ਸੁਨ ਮੀਤਾ ਜਿयो ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ।
ਹਰ ਸਭਨਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮਰਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਬੁਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਐ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸੁਮਰਥ ਸੁਆਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਵ ਸਦਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਰ ਤੇਰਾ ਸਾਚਾ ਨਾਮ ਮੇਰਾ ਆ ਤੂੰ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸਾਧ ਸੁਖ ਮਨ ਆਇ ਵਸਿਆ ਜਨ ਇੱਛਾ ਸਭ ਪੁਜਾਈ